ਅਮਰਦਾਸ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਰ ਅਰਜਨ ਵਿਗਨ ਸ੍ਰੀ ਹਰਿ ਗੋਬਿੰਦ ਸ੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਏਕ ਬਹਾਦਰ ਗੁਰ ਮੇਰਾ ਗੁਰ ਮੇਰਾ ਸ੍ਰੀ ਗੁਰੂ ਗੋਬਿੰਦ ਤਰੋ ਤਰਾ ਪੁਨ ਬੰਦੋਂ ਬਾਰ ਜਿਸ ਮਹਿ ਅਮਰਤ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਏਕ ਓੰਕਾਰ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਿਆਰੀ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਪ ਸੰਗਤਾਂ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਆਨੰਦ ਮਾਣਿਆ ਹੈ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਿਆ ਹੈ। ਮਾਰੇ ਕਹਿੰਦੇ ਪੋਤਾ ਜਿਨ ਕੈ ਪੁੰਨ ਹੈ ਸੇ ਸਤ ਸੰਗਤ ਮਿਲਾਈ। ਪੋਤੇ ਦਾ ਅਰਥ ਹੈ ਖਜ਼ਾਨਾ। ਕਹਿੰਦੇ ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਕੋਈ ਪੁੰਨ ਕੀਤਾ ਨਾ ਪੁਰਾਣਾ, ਕੋਈ ਉਹਨਾਂ ਨੇ ਸੇਵਾ ਕੀਤੀ, ਕਿਸੇ ਦੀ ਸੀਸ ਲਈ ਆ, ਸਤ ਸੰਗਤ ਵਿੱਚ ਉਹਨਾਂ ਨੂੰ ਥਾਂ ਮਿਲਦਾ ਹੈ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਪੋਤਾ ਜਿਨ ਕੈ ਪੁੰਨ ਹੈ, ਕਿ ਬਹੁਤ ਵੱਡੇ ਪੁੰਨ ਕੀਤੇ ਹੋਣ ਜਿਨ੍ਹਾਂ ਨੂੰ ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਉਹ ਬਚਨ ਕਰਿਆ ਕਰਦੇ ਸੀ ਕਿ ਸੰਗਤ ਜੀ ਸ਼ੁਕਰ ਕਰਿਆ ਕਰੋ ਕਿ ਜਿਹੜਾ ਤੁਸੀਂ ਆ ਦਰਬਾਰ 'ਚ ਬਹਿੰਦੇ ਆ ਨਾ ਸੰਗਤ ਵਿੱਚ, ਇਹ ਬੜੀ ਮਹਿੰਗੀ ਜਗ੍ਹਾ, ਬਹੁਤ ਕੀਮਤੀ ਤੇ ਮਹਿੰਗੀ। ਸੰਗਤ ਕਹਿੰਦੀ ਮਹਾਰਾਜ ਕਿੰਨੀ ਕੁ ਮਹਿੰਗੀ? ਕਹਿੰਦੇ ਦੱਸ ਨਹੀਂ ਸਕਦੇ, ਇਹਦਾ ਕੋਈ ਮੁੱਲ ਨਹੀਂ। ਕਹਿੰਦੇ ਫੇਰ ਵੀ ਉਦਾਹਰਨ ਦੇ ਦਿਓ। ਤੇ ਮਹਾਂਪੁਰਖਾਂ ਨੇ ਉਦਾਹਰਨ ਕੈਸੀ ਦਿੱਤੀ ਨਾ ਕੋਈ ਸਮਝ ਹੀ ਸਕੇ। ਕਹਿੰਦੇ ਫਿਰ ਵੱਧ ਨਾ ਬੁਲਾਇਓ ਸਾਨੂੰ, ਅਸੀਂ ਇੱਕੇ ਵਾਰੀ ਬੋਲਣਾ। ਕਹਿੰਦੇ ਜਿੰਨੇ ਬੋੜ ਦੇ ਪੱਤੇ ਆ ਇੰਨੇ ਕਰਮ ਸਾਥ ਦੇਣ ਚੰਗੇ। ਪੰਜਾਬ ਦੇ ਵਿੱਚ ਜਨਮ ਹੁੰਦਾ, ਪੂਰੇ ਵਰਲਡ ਦੇ ਵਿੱਚ ਇੱਕ ਪੰਜਾਬ ਐਸਾ ਪੰਜਾਬ ਪੰਜਾਂ ਨਦੀਆਂ ਦਾ ਧਰਤ ਹੈ।
ਜਿੱਥੇ ਸਭ ਤੋਂ ਵੱਧ ਇਬਾਦਤਾਂ ਹੋਈਆਂ ਤੇ ਸ਼ਹਾਦਤਾਂ ਹੋਈਆਂ। ਵਾਹਿਗੁਰੂ। ਜੇ ਕਿਤੇ ਦੁਨੀਆ ਦੇ ਤਖਤ ਉੱਤੇ ਵੇਖਿਆ ਜਾਵੇ ਇਬਾਦਤ ਤੇ ਸ਼ਹਾਦਤ ਵਾਲੀ ਕੋਈ ਥਾਂ ਤੇ ਉਹ ਪੰਜਾਬ ਹੈ। ਬਾਕੀ ਦੇਸ਼ਾਂ ਦੇ ਵਿੱਚ ਵੀ ਇਬਾਦਤ ਵਾਲੇ ਹੋਏ ਬਹੁਤ ਘੱਟ, ਜਿਸ ਤਰ੍ਹਾਂ ਹਜ਼ਰਤ ਈਸਾ, ਹਜ਼ਰਤ ਮੂਸਾ, ਹਜ਼ਰਤ ਇਬਰਾਹਿਮ, ਮਨਸੂਰ। ਤੋ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਦੇ ਮਹਾਂਪੁਰਖਾਂ ਦੇ ਪਿਆਰੇ ਭਿੱਜੇ ਹੋਏ ਬਚਨ ਸੀ। ਕਹਿੰਦੇ ਬੋੜ ਦੇ ਪੱਤੇ ਗਿਣ ਸਕਦਾ ਕੋਈ? ਕਹਿੰਦੇ ਜੀ ਨਹੀਂ। ਕਹਿੰਦੇ ਇੰਨੇ ਚੰਗੇ ਕਰਮ ਹੋਣ ਪੰਜਾਬ ਵਿੱਚ ਜਨਮ ਹੁੰਦਾ, ਤੇ ਕਹਿੰਦੇ ਬੋੜ ਦੀਆਂ ਬੋਲਾਂ ਜਿੰਨੇ ਕਰਮ ਹੋਣ ਬੋਲਾਂ ਗਿਣ ਕੋਈ। ਕਹਿੰਦੇ ਇੱਕ ਗੁਰਸਿੱਖ ਦੇ ਘਰ ਜਨਮ ਹੁੰਦਾ। ਹੁਣ ਕਿਉਂਕਿ ਗੁਰਸਿੱਖੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ ਦੀਦੀ, ਹੈ ਨਾ, ਵੀ ਸਾਰੇ ਖੁਸ਼ੀ ਤੇ ਗਮੀ ਤੇ ਅਰਦਾਸ 'ਚ ਖੜੋਂਦੇ। ਮੈਂ ਵੀ ਸੋਚਦਾ ਹੁੰਦਾ ਕਿ ਜਿਹਦੇ ਅੱਗੇ ਖੜੋ ਕੇ ਅਰਦਾਸ ਕਰਦੇ ਸੱਚੀ ਜਿਨ੍ਹਾਂ ਦੀ ਅਰਦਾਸ ਕਰਦੇ ਉਹ ਕੌਣ ਸੀ? ਆਪਾਂ ਸਾਰੇ ਕਹਿੰਦੇ ਨਾ ਬਾਬਾ ਜੀ ਅਰਦਾਸ ਕਰਿਓ, ਭਾਈ ਸਾਹਿਬ ਆਇਓ 2 ਮਿੰਟ, ਕਹਿੰਦੇ ਹੋ ਨਾ। ਜਦੋਂ ਅਰਦਾਸ ਸ਼ੁਰੂ ਹੁੰਦੀ ਉੱਥੇ ਜਾ ਕੇ ਨਾ ਦਿਲ ਨੂੰ ਇੱਕ ਨਾ ਰੁਕ ਜਿਹਾ ਭਰਦਾ। ਜਦੋਂ ਇੱਥੇ ਗਾਈਦਾ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ ਬੰਦ ਕਟਾਏ। ਕਾਤੋਂ ਕਟਾਏ? ਹਾਂਜੀ, ਸਿੱਖੀ ਵਾਸਤੇ। ਤੇ ਸਾਡੇ ਕਿਤੇ ਵੀ ਨਹੀਂ ਦਿਸਣ ਦੇ, ਬੜਾ ਅੰਦਰ ਨੂੰ ਖਿੱਚ ਜੀ ਪੈਂਦੀ ਹੈ ਨਾ। ਆ ਯੂਪੀ ਵਿੱਚ ਸਾਡੇ ਰਿਸ਼ਤੇਦਾਰ ਹੈ, ਬੰਬੇ ਵੱਲ, ਜੰਮੂ 'ਚ, ਉੱਥੇ ਜਿੰਨੇ ਵੀ ਪਰਿਵਾਰ ਨੇ, ਕੋਈ ਸਿੱਖ ਪਰਿਵਾਰ ਹੈ ਜਿਹੜਾ ਕੇਸ ਕਟਾਉਂਦਾ ਉਹਨੇ ਸਭ ਨੇ ਰੱਖੇ। ਤੁਹਾਡੇ ਵੀ ਹੋਣਗੇ, ਵੇਖ ਲਿਓ। ਹੁਣ ਤਾਂ ਕੈਨੇਡਾ ਅਮਰੀਕਾ 'ਚ ਵੀ ਤੁਹਾਡਾ ਸਨਮਾਨ ਹੈ। ਇਹ ਫੀਲ ਕਰਿਓ, ਇਹਨੂੰ ਇਨਸਲਟ ਨਾ ਸਮਝਿਓ। ਆਪਾਂ ਸਾਰੇ ਗੁਰੂ ਦੀ ਗੋਦੀ 'ਚ ਵੀ ਹਰ ਬੰਦਾ ਆਉਂਦਾ ਹੈ, ਭਾਈ ਸਾਹਿਬ ਜੀ ਆਇਓ ਅਰਦਾਸ ਕਰਿਓ। ਤੇ ਮੈਂ ਜਦੋਂ ਅਰਦਾਸ ਇੱਥੇ ਪਹੁੰਚ ਜਾਂ ਤੇ ਮੈਨੂੰ ਵੀ ਫੀਲ ਹੁੰਦਾ, ਮੈਂ ਵੀ ਸੋਚਾਂ 'ਚ ਡੁੱਬ ਜਾਂਦਾ ਕਿ ਸੱਚੇ ਪਾਤਸ਼ਾਹ ਇਹ ਜਿਨ੍ਹਾਂ ਸਿੱਖਾਂ ਦੀ ਅਰਦਾਸ ਕਰਨ ਦੇ ਇਹ ਕਿਹੜੇ ਯੁੱਗ 'ਚ ਹੋਏ? ਇਹ ਵਿਚਾਰੇ ਅੱਜ ਕਿੱਧਰ ਨੂੰ ਰਹਿ ਗਏ? ਇਹਨਾਂ ਦੇ ਬਾਰੇ 'ਚ ਕੋਈ ਸੋਚਣ ਨਹੀਂ ਰਿਹਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ ਬੰਦ ਕਟਾਏ, ਖੋਪਰ ਲੋਹਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਹਾਂ, ਇੱਥੇ ਰੁਕੋ। ਹੁਣ ਗੁਰਦੁਆਰੇ ਆਉਂਦਾ ਹੀ ਉਹ ਸ਼ਖਸ ਹੈ ਜਿੰਨੇ ਸਾਹਿਬ ਤੋਂ ਝੋਲੀ ਭਰਾਉਣੀ ਹੈ। ਆਪਾਂ ਜਿੰਨੇ ਵੀ ਬੈਠੇ ਆ ਸਭ ਝੋਲੀ ਖਾਲੀ ਲੈ ਕੇ ਆਏ। ਤੇ ਜਦੋਂ ਇਹ ਪੰਕਤੀ ਆਉਂਦੀ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਗੁਰਦੁਆਰਿਆਂ ਲਈ ਕੁਰਬਾਨੀਆਂ, ਮੈਂ ਕਹਿੰਦਾ ਕੈਸੇ ਸਿੱਖ ਸੀ। ਅੱਜ ਤੇ ਕਿਸੇ ਦੀ ਅਰਦਾਸ ਨਾ ਪੂਰੀ ਹੋਵੇ ਤੇ ਗੁਰਦੁਆਰਾ ਛੱਡ ਜਾਂਦਾ। ਕਹਿੰਦਾ ਮੈਂ ਕੀ ਲੈਣਾ ਗੁਰਦੁਆਰੇ ਰੋਜ਼ ਦਿਹਾੜੀ, ਹੈ ਨਾ। ਪਰ ਇਹ ਮਜਬੂਰ ਕਰਦੀ ਸੋਚਣ ਨੂੰ ਗੱਲ ਵੀ ਆਪਣੇ ਤੇ ਸੁੱਖ ਨਾਲ ਬੱਚੇ ਬੱਚੀਆਂ ਸੈੱਟ ਨੇ, ਰੱਬ ਨੇ ਰੱਜ ਕੇ ਰੋਟੀ ਦਿੱਤੀ, ਆਪਾਂ ਤੇ ਤਾਂ ਆ ਕੇ ਬੈਠੇ। ਨਾਲੇ ਹਜੇ ਕੰਮ ਕਈ ਲੈਣੇ ਸਾਹਿਬ ਤੋਂ, ਜੋ ਮੰਗਿਆ ਠਾਕੁਰ ਆਪਣੇ ਤੇ। ਪਰ ਥੋੜਾ ਜਿਹਾ ਸਕਦੇ ਸੋਚੀਏ ਨਾ ਵੀ ਉਹ ਕਿੱਦਾਂ ਦੇ ਸੀ ਜਿਨ੍ਹਾਂ ਨੂੰ ਇਸ ਘਰ ਵਿੱਚ ਬੈਠਿਆਂ ਮੌਤ ਮਿਲੀ। ਆਪਾਂ ਨੂੰ ਤੇ ਇੰਨਾ ਕੁਝ ਮਿਲਦਾ, ਅਜੇ ਵੀ ਗੁੱਸਿਆਂ ਮਾਰੇ ਨਾ। ਇਹ ਕਈ ਕਹਿਣਗੇ ਬਾਬਾ ਸਾਡੀ ਪਤਾ ਨਹੀਂ ਰੱਬ ਕਿਉਂ ਨਹੀਂ ਸੁਣਦਾ। ਮੈਂ ਕਿਹਾ ਇਦੋਂ ਵੱਧ ਕੀ ਸੁਣਨੀ ਕਮਲਿਆ, ਤੈਨੂੰ ਗੋਦੀ 'ਚ ਤੇ ਬਿਠਾਇਆ ਉਹਨੇ, ਹੈ। ਦੁਨੀਆ ਧੱਕੇ ਖਾਂਦੀ ਫਿਰਦੀ, ਪੈਸੇ ਕਰਕੇ ਨਹੀਂ ਸੁੱਖ ਹੁੰਦਾ ਭਲਿਓ। ਸੁੱਖ ਉਹਨੂੰ ਹੈ ਜਿਹਨੂੰ ਪ੍ਰਭੂ ਦੀ ਗੋਦ ਮਿਲ ਗਈ। ਇਸ ਵੇਲੇ ਗੋਦੀ 'ਚ ਬੈਠੇ ਸਭ ਤੋਂ ਨੇੜੇ। ਆ ਰਾਏ ਬਲਾਰ ਦੀ ਕਥਾ ਸੁਣੀ ਨਾ ਆਪਾਂ ਸਾਰੀ। 36,000 ਕਿੱਲੇ ਦਾ ਮਾਲਕ ਸੀ ਉਹ, ਤੇ ਕਿੱਦਾਂ ਮਹਾਰਾਜ ਨੂੰ ਤਰਲੇ ਲੈ ਲੈ ਕੇ ਮੇਰੇ ਘਰ ਆਓ ਮੇਰੇ ਘਰ ਆਓ, ਤੇ ਫਿਰ ਸੋਨੇ ਦੇ ਬਰਤਨਾਂ 'ਚ ਹੱਥ ਸੁੱਚੇ ਕਰਾਏ, ਤੇ ਕਿੱਦਾਂ ਮਹਾਰਾਜ ਦੇ ਚਰਨ ਰੋ ਰੋ ਕੇ ਧੋਤੇ। ਵੇਖੋ ਜਿਨ੍ਹਾਂ ਨੂੰ ਪਤਾ ਲੱਗ ਗਿਆ। ਤੇ ਇਹ ਚੀਜ਼ਾਂ ਧਿਆਨ ਨਾਲ ਸੁਣੀਏ ਤੇ ਬੜਾ ਫੀਲ ਹੁੰਦਾ ਹੈ ਕਿ ਮਹਾਰਾਜ ਜੀ ਤੇਰੇ ਸਿੱਖ ਕਿੱਧਰ ਚਲੇ ਗਏ। ਜਿਨ੍ਹਾਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ,
ਜੰਡਾਂ ਨਾ ਬੰਨ ਕੇ ਸਾੜੇ ਗਏ ਪੁੱਠੀਆਂ ਖੱਲਾਂ। ਲੋਹਾਈਆਂ ਉਹ ਸਿੱਖ ਕੈਸੇ ਸੀ ਮਹਾਰਾਜ ਜਿਨ੍ਹਾਂ ਨੂੰ ਇੰਨਾ ਦਰਦ ਮਿਲਿਆ ਪਰ ਉਹਨਾਂ ਤੈਨੂੰ ਛੱਡਿਆ ਨਹੀਂ। ਹੋਏ ਹੋਏ ਅੱਜ ਅਸੀਂ ਕਿੱਦਾਂ ਦੇ ਸਿੱਖ ਹੈ? ਮੇਰੀ ਇੱਥੇ ਅਰਦਾਸ ਨਹੀਂ ਪੂਰੀ ਹੋਈ, ਗੁੱਸਾ ਨਾ ਕੋਈ ਕਰੇ। ਉਹ ਕੋਈ ਸਿੰਘ ਮਿਲੇ, ਮੈਂ ਕਿਹਾ ਆਉਂਦੇ ਨਹੀਂ ਹੁੰਦੇ, ਕਹਿੰਦੇ ਹੁਣ ਨਾ ਹੀ ਬੇਰ ਸਾਹਿਬ ਜਾਈਦਾ। ਤੇ ਮੈਂ ਆਖਿਆ ਵੀ ਉਹ ਬਾਪੂ ਤੇ ਮੇਰਾ ਇੱਕੋ ਹੀ ਆ, ਇੱਥੇ ਪੰਜਵੀਂ ਜੋਤ 'ਚ ਬੈਠਾ ਇੱਦਾਂ। ਕਹਿੰਦੇ ਨਹੀਂ, ਸਾਨੂੰ ਕਿਸੇ ਨੇ ਆਖਿਆ ਵੀ ਇੱਥੇ ਨਹੀਂ ਪੂਰੀ ਹੋਵੇ ਤੇ ਉੱਥੇ ਜਾਓ, ਵੱਡਾ ਬਾਬਾ ਵਾ। ਲੈ ਉਹ ਤੁਹਾਡਾ ਭਲਾ ਹੋ ਜੇ, ਤੁਸੀਂ ਆਪਣੇ ਮਤਲਬ ਲਈ ਗੁਰੂ ਨੂੰ ਵੀ ਨਿੱਕਾ ਵੱਡਾ ਕਰਤਾ। ਕਹਿੰਦੇ ਸਾਨੂੰ ਕਿਸੇ ਨੇ ਆਖਿਆ ਵੀ ਉਹ ਨਾ ਵੱਡਾ ਬਾਬਾ। ਤੇ ਮੈਂ ਕਿਹਾ ਵੀ ਗੁਰੂ ਅਰਜਨ ਸਾਹਿਬ ਨਿੱਕੇ ਆ? ਕਹਿੰਦੇ ਨਹੀਂ ਜੀ, ਉਹ ਬਾਣੀ ਚਾਹੁੰਦਾ ਸਭ ਤੇ ਵੱਡਾ ਸਤਿਗੁਰੂ ਨਾਨਕ। ਮੈਂ ਕਿੰਨਾ ਵਾਰੇ ਵਾਰੇ ਜਾਈਏ, ਇੰਨੇ ਮਤਲਬਲੀ ਆਪਾਂ ਹੋ ਗਏ ਵੀ ਅਸੀਂ ਗੁਰੂ ਸਾਹਿਬ ਨੂੰ ਵੰਡ ਦਿੱਤਾ। ਮਹਾਰਾਜ ਦੀ ਬਾਣੀ ਕਹਿੰਦੀ ਜੋ ਤੋਹਾ ਜੁਗਤ ਸਾਏ। ਗੁਰੂ ਨਾਨਕ ਇੱਥੇ ਰੋਜ਼ ਆਉਂਦੇ ਰਹੇ। ਇੱਥੇ ਪਤਾ ਤੁਹਾਨੂੰ, ਰੋਜ਼ ਗੁਰੂ ਨਾਨਕ ਸਾਹਿਬ ਜਦੋਂ ਬੰਦਗੀ ਕਰਕੇ ਵੇਈ ਨਦੀ ਤੋਂ ਉੱਠਦੇ ਸੀ ਤੇ ਪਿਆਰਿਓ ਆਪਾਂ ਕੈਨੇਡਾ ਅਮਰੀਕਾ ਘੁੰਮ ਆਏ ਆ ਤੇ ਆਪ 7 ਕਿਲੋਮੀਟਰ ਡੱਲਾ ਸੁਲਤਾਨਪੁਰੋਂ। ਇਹ ਮੇਰਾ ਗੁਰੂ ਨਾਨਕ ਕਿਤੇ ਸਾਰਾ ਦਿਨ ਬੈਠਾ ਤੇ ਨਹੀਂ ਰਹਿੰਦਾ। ਹਜ਼ੂਰ ਪਾਤਸ਼ਾਹ ਮਹਾਰਾਜ ਇਹਨਾਂ ਤਾਂ ਚਰਨ ਪਾਉਂਦੇ ਪਾਉਂਦੇ ਸੈਰ ਕਰਦੇ ਹੀ ਆ ਜਾਂਦੇ ਹੋਣੇ। ਨਾਲੇ ਭਾਈ ਭਗੀਰਥ ਮਲਸੀਆਂ ਦਾ ਚੌਧਰੀ, ਕਰੋੜਾਂ ਦਾ ਮਾਲਕ ਹੋਵੇ, ਜਿਹੜਾ ਮਹਾਰਾਜ ਦੀਆਂ ਦਾਤਨਾਂ ਲਿਆ ਕੇ ਦੇਵੇ, ਤੇ ਕੀ ਗੁਰੂ ਨਾਨਕ ਸਾਹਿਬ ਨੂੰ ਉਹਨੇ ਮਲਸੀਆਂ ਨਾ ਸੱਦਿਆ ਹੋਊਗਾ? ਹੁਣ ਤੁਹਾਡਾ ਜਿਹਦੇ ਨਾਲ ਪਿਆਰ ਹੋਵੇ ਤੁਸੀਂ ਸਾਦੇ ਕਿ ਨਹੀਂ? ਇਸ ਕਰਕੇ ਮੈਨੂੰ ਮਨ ਭਰ ਆਉਂਦਾ ਕਿ ਸਤਿਗੁਰੂ ਅਸੀਂ ਆਪਣੇ ਮਤਬਲੀ ਤੇਰੇ ਹਿਰਦੇ 'ਚ ਵੀ ਫਰਕ ਪਾਈ ਜਾਂਦੇ। ਸਾਡੀ ਪਤਾ ਨਹੀਂ ਕਿੱਦਾਂ ਦੀ ਸੋਚ, ਅਸੀਂ ਮਤਬਲ ਨਾਲ ਜੁੜ ਗਏ। ਤੇ ਉਹ ਕਿੱਦਾਂ ਦੇ ਸਿੱਖ ਸੀ ਜਿਨ੍ਹਾਂ ਦਾ ਕੱਖ ਨਹੀਂ ਰਿਹਾ ਤੇ ਕਹਿੰਦੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਧੰਨ ਮੇਰੇ ਪਾਤਸ਼ਾਹ, ਤੁਸੀਂ ਭਾਗਾਂ ਵਾਲੇ ਹੋ, ਬਚਨ ਵਿੱਚੇ ਰਹਿ ਗਿਆ। ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਨੂੰ ਪੁੱਛਿਆ ਸੀ ਵੀ ਮਹਾਰਾਜ ਇਹ ਕਿੰਨੀ ਕੁ ਮਹਿੰਗੀ ਜਗ੍ਹਾ ਜਿੱਥੇ ਸੰਗਤ ਬਹਿੰਦੀ, ਤੁਸੀਂ ਬੈਠੇ ਆ? ਉਹ ਕਹਿੰਦੇ ਦੱਸਿਆ ਨਹੀਂ ਜਾ ਸਕਦਾ। ਕਹਿੰਦੇ ਉੱਦਾਂ ਇਸ਼ਾਰਾ ਕਰ ਦਿਓ, ਵਿਦਿਆ ਦੇ ਮਾਰਤੰਡ ਨੇ ਇੰਨੀ ਵਿਦਿਆ ਪ੍ਰਾਪਤ ਕੀਤੀ ਸੀ ਸੰਤ ਬਾਬਾ ਸੁੰਦਰ ਸਿੰਘ ਹੋਣੀ, ਵੱਡੇ ਮਹਾਂਪੁਰਖ। ਗੁਰੂ ਬਾਜਾਂ ਵਾਲੇ ਦੀ ਗੋਦੀ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਆਪਣੇ ਕੋਲ ਤਾਂ ਕੁਛ ਨਹੀਂ, ਤੁਹਾਡੀਆਂ ਸੀਸਾਂ ਕਰਕੇ ਆ ਬੋਲ ਲਈਦਾ ਸਪੀਕਰ 'ਚ। ਵਿਦਿਆ ਬਹੁਤ ਮਹਿੰਗੀ ਹੈ, ਬਹੁਤ ਮਹਿੰਗੀ ਹੈ। ਤੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਇਆ ਦੇ ਸਾਗਰ ਨੇ, ਕਿਰਪਾ ਦੇ ਮਾਲਕ ਨੇ। ਤੇ ਮਹਾਂਪੁਰਖ ਕਹਿੰਦੇ ਬੋੜ ਦੇ ਪੱਤਿਆਂ ਜਿੰਨੇ ਕਰਮ ਹੋਣ ਤੇ ਪੰਜਾਬ ਵਿੱਚ, ਤੇ ਗੋਲਾਂ ਜਿੰਨੇ ਜਨ ਕਰਮ ਹੋਣ ਤੇ ਇੱਕ ਗੁਰਸਿੱਖ ਦੇ। ਤੇ ਮਹਾਂਪੁਰਖ ਕਹਿੰਦੇ ਗੋਲਾਂ 'ਚ ਜਿੰਨੇ ਬੀਜ ਹੈ, ਓਹੋ ਇੰਨੇ ਚੰਗੇ ਕਰਮ ਕੀਤੇ ਹੋਣ ਤੇ ਕਿਤੇ ਕਥਾ ਕੀਰਤਨ ਹੋਵੇ ਤੇ ਸੰਗਤ ਵਿੱਚ ਥਾਂ ਮਿਲਦੀ ਹੈ। ਸਤਿ ਸ੍ਰੀ ਅਕਾਲ। ਇਹ ਤੇ ਮਹਾਂਪੁਰਖਾਂ ਦਾ ਅੰਦਰ ਸੀ। ਗੁਰਬਾਣੀ ਕਹਿੰਦੀ ਪੁੱਤ ਹੈ ਜਿਨ ਕੈ ਪੁੰਨ ਹੈ, ਸੇ ਸਤ ਸੰਗਤ ਮਿਲਾਏ। ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਚੰਗੇ ਬੀਜ ਬੀਜੇ, ਗੁਰੂ ਉਹਨਾਂ ਨੂੰ ਕੋਲ ਬਿਠਾਉਂਦਾ। ਤੁਸੀਂ ਰੋਜ਼ ਆ ਕੇ ਬੈਠਦੇ ਹੋ। ਇੱਕ ਓੰਕਾਰ, ਓੰਕਾਰ ਸਤਿਨਾਮ, ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ। ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ, ਸਤਿਨਾਮ
ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ 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 ਏਕੋ ਨਾਮ ਧਿਆਏ ਰਾਣੀ ਏਕੋ ਨਾਮ ਧਿਆਏ ਰਾਣੀ ਏਕੋ ਨਾਮ ਧਿਆਏ ਰਾਣੀ ਏਕੋ ਨਾਮ ਧਿਆਏ ਆਪਣੀ ਪਤ ਸੇਤੀ ਕਰ ਜਾਏ 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 ਰਾਣੀ ਏਕੋ ਨਾਮ ਧਿਆਓ ਰਾਣੀ ਏਕੋ ਨਾਮ ਧਿਆਓ ਰਾਣੀ ਏਕੋ ਨਾਮ ਧਿਆਓ ਰਾਣੀ ਏਕੋ ਨਾਮ ਧਿਆਓ ਆਪਣੀ ਪਤ ਸੇਤੀ ਕਰ ਜਾਓ ਆਪਣੀ ਪਤ ਸੇਤੀ ਕਰ ਜਾਓ ਆਪਣੀ ਪਤ ਸੇਤੀ ਕਰ ਜਾਓ ਆਪਣੀ ਪਤ
पत सेती कर जाओ। ਸੋ ਸੱਚੇ ਪਾਤਸ਼ਾਹ ਜੀ, ਕੱਲ ਆਪਾਂ ਸਰਵਣ ਕੀਤਾ, ਮਹਾਰਾਜ ਨੇ ਪਹਿਲੇ ਸ਼ਬਦਾਂ 'ਚ ਆਪਣਾ ਪਰਿਵਾਰ ਦੱਸਿਆ। ਚੇਤੇ ਰੱਖਿਆ ਕਰੋ ਬਚਨ। ਸੋ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਦਾਤੇ ਹੈ। ਕਿਸੇ ਦਾ ਦੁੱਖ ਇਹਨੂੰ ਫੀਲ ਵੀ ਕਰਨਾ। ਜਿਹੜਾ ਪਰਿਵਾਰ ਮਹਾਰਾਜ ਨੇ ਦੱਸਿਆ ਸੀ ਉਹਨੂੰ ਕੋਲੇ ਰੱਖਣਾ। ਮੰਨ ਲਓ ਜੀ ਉਹ ਸ਼ਬਦ ਸੀ ਵੀ ਪ੍ਰੇਮ ਪਿਓ ਸੀ ਨਾ, ਤੇ ਇਹ ਵੀ ਵੇਖਣਾ ਵੀ ਅਸੀਂ ਰੋਜ਼ ਕਥਾ ਸੁਣਦੇ ਸਾਡੇ 'ਚ ਪ੍ਰੇਮ ਹੈਗਾ। ਤੇ ਮਾਂ ਦਾ ਕੀ ਨਾਂ ਸੀ? ਹਾਂਜੀ, ਬੁੱਧੀ। ਤੇ ਇਹ ਵੀ ਯਾਦ ਰੱਖਣਾ ਕਿ ਅਸੀਂ ਬੁੱਧੀ ਤੋਂ ਕੰਮ ਲੈਂਦੇ ਕਿ ਭ੍ਰਸ਼ਟ ਹੋ ਗਈ ਆ। ਇਹ ਨਾਲ ਨਾਲ ਰਿਪੀਟ ਕਰਨਾ ਤਾਂ ਬਣਦਾ ਕਿਉਂਕਿ ਇਹ ਕਥਾ ਤਾਂ ਚੱਲੀ ਜਾਣੀ ਅੱਗੇ। ਪਰ ਕਿਤੇ ਮੌਕਾ ਮਿਲੇ ਤੁਹਾਨੂੰ ਕਿਸੇ ਗਰੀਬ ਗੁਰਬੇ ਦੀ ਲੋੜ ਦਾ, ਤੇ ਚੇਤੇ ਕਰ ਲੈਣਾ ਕਥਾ ਦਾ। ਇਹ ਨਾ ਉਦਾਂ ਹੀ ਜਕਾਰੇ ਛੱਡ ਕੇ ਸਿਰ ਲਾਈ ਜਾਇਓ ਵੀ ਜਿੱਦਾਂ ਅਗਲਾ ਕਹੇ ਭਾਈ ਮੈਂ ਦੁਖੀ, ਮੈਨੂੰ ਦਵਾਈ ਲੈਣੀ ਤੇ 100 ਰੁਪਈਆ ਦੇ, ਤੂੰ ਆਖੇ ਮੈਂ ਤਾਂ ਤੇਤੋਂ ਵੀ ਦੁਖੀ। ਉੱਥੇ ਉਹ ਕਥਾ ਸੁਣੀ ਭੁੱਲ ਨਾ ਜਾਏ। ਜਿੱਦਾਂ ਮਰਜ਼ੀ ਉਹਦੀ ਹੈਲਪ ਜ਼ਰੂਰ ਕਰਨੀ ਹੈ, ਠੀਕ ਆ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਭੈਣ ਦਾ ਨਾਮ ਸੀ ਖਿਮਾ। ਭੈਣ ਦਾ ਨਾਮ ਸੀ ਖਿਮਾ। ਕੋਈ ਗਲਤੀ ਕਰੇ ਨਾ ਉਹਨੂੰ ਮਾਫ ਕਰ ਦੇ। ਕੀਤਾ ਜੇ ਕਦੇ ਕਿਸੇ ਨੇ ਜ਼ਿੰਦਗੀ 'ਚ? ਆਖੋ ਸਤਿਨਾਮ। ਯਤਨ ਕਰਿਓ ਫਿਰ ਅੱਜ ਤੋਂ ਬਾਅਦ ਕੋਈ ਗਲਤੀ ਕਰੇ ਤੁਹਾਡੇ ਸਾਹਮਣੇ ਨਾ ਉਹਨੂੰ ਬਖਸ਼ ਦਿਓ। ਤੇ ਵਿਰਾਗ ਸੀ ਭਰਾ, ਉਹ ਵਾਹਿਗੁਰੂ ਭਰਾ ਸੀ। ਹਾਂਜੀ, ਭਰਾ ਵਿਰਾਗ ਸੀ। ਤੇ ਇਹ ਕਥਾ ਵੀ ਸਾਨੂੰ ਵਿਰਾਗ ਆਉਂਦਾ ਕਿ ਨਹੀਂ, ਕਿ ਪੱਥਰ ਦਿਲੀਆਂ। ਇਸੇ ਤਰ੍ਹਾਂ ਸ਼ਾਂਤੀ ਦਾ ਨਾਮ ਸੀ ਦਾਈ। ਇਹ ਵੇਖੋ ਵੀ ਅਸੀਂ ਕਿਤੇ 24 ਘੰਟੇ ਕਲਪਦੇ ਤੇ ਨਹੀਂ ਰਹਿੰਦੇ, ਸ਼ਾਂਤੀ ਹੈਗੀ ਹੈ। ਤੇ ਸੰਤੋਖ ਸੀ ਦਾਇਆ, ਕਿ ਮੈਨੂੰ ਸੰਤੋਖ ਹੈਗਾ। ਇਹ ਨਾ ਹੋਵੇ ਭਲਾ ਰੋਟੀ ਫੜੀ ਹੋਵੇ ਤੇ ਸਬਜ਼ੀ ਨਾ ਮਿਲੇ ਤੇ ਸਾਰੇ ਪਤੀਲੇ ਮਾਰੇ ਲੱਤਾਂ ਮਾਰ ਮਾਰ ਕੇ ਦਹੀਂ ਲੱਭਦਾ ਫਿਰੇ, ਰੌਲਾ ਪਾਈ ਜਾਵੇ। ਉੱਥੇ ਸੰਤੋਖ ਨੂੰ ਆਪਣਾ ਦਾਇਆ ਬਣਾਈ। ਲੂਣ ਪਾਲੀ ਤੇ ਪਾਣੀ ਲੈ ਕੇ ਆਖੀ ਮੇਰੇ ਬਾਬੇ ਦੀ ਕਥਾ ਸੁਣੀ ਸੀ ਵੀ ਸੰਤੋਖ ਜਿਹੜਾ ਉਹ ਦਾਇਆ ਹੈ। ਫਿਰ ਫਾਇਦਾ ਕਥਾ ਸੁਣਦਾ। ਤੇ ਜੇ ਮੰਨ ਲਓ ਇੱਦਾਂ ਅੱਜ ਆਏ ਤੇ ਕੱਲ੍ਹ ਨੂੰ ਪਰਸੋਂ ਨੂੰ ਭੁੱਲ ਗਏ ਤੇ ਉਹ ਤੇ ਫਿਰ ਨਹੀਂ ਗੱਲ ਬਣਨੀ। ਕੋਈ ਵੀ ਬੱਚਾ ਸਟੱਡੀ ਕਰਦਾ ਪਹਿਲੀ ਦੂਜੀ ਤੀਜੀ ਚੌਥੀ +2 MA BA, ਤੇ ਜੇ ਨਾਲੋਂ ਨਾਲ ਭੁੱਲ ਜੇ ਤੇ ਨੌਕਰੀ ਨਹੀਂ ਮਿਲਣੀ। ਇਸੇ ਤਰ੍ਹਾਂ ਮਾਰੇ ਕਹਿੰਦੇ ਜੇ ਕਥਾ ਸੁਣ ਕੇ ਮੰਨਣੀ ਨਹੀਂ ਤੇ ਦਰਗਾਹ 'ਚ ਥਾਂ ਨਹੀਂ ਮਿਲਣਾ, ਉੱਥੇ ਰਹਿ ਜਾਣਾ ਫਿਰ ਕੰਨਾਂ ਦਾ ਚਸਕਾ ਹੀ। ਤੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾ ਚੇਤੇ ਰੱਖਿਆ ਕਰੋ ਵੀ ਅਸੀਂ ਗੁਰੂ ਘਰ ਇਹ ਨਾ ਵੇਖੋ ਭਾਈ ਸੁਖਦੇਵ ਸਿੰਘ ਨੇ ਸੁਣਾਇਆ, ਇਹ ਕਹੋ ਵੀ ਗੁਰੂ ਦੇ ਘਰ ਉਪਦੇਸ਼ ਸੁਣਿਆ। ਸਾਡੇ ਗੁਰੂ ਨੇ ਸਾਨੂੰ ਕਿਹਾ ਵਾ ਵੀ ਤੇਰੇ ਅੰਦਰ ਇਹ ਚੀਜ਼ਾਂ ਚਾਹੀਦੀਆਂ। ਨਾਮ ਬੀਜ, ਨਾਮ ਦਾ ਬੀਜ ਬੀਜਿਆ ਵੀ ਅਸੀਂ ਰੋਜ਼ ਨਾਮ ਜਪਦੇ ਹਾਂ ਕਿ ਬਸ। ਇਹ ਸੰਤੋਖ ਦਾ ਸੁਹਾਗਾ ਫੇਰਿਆ ਕਿ ਨਹੀਂ। ਤੇ ਗਰੀਬੀ ਵੇਸ ਮੈਨੇ ਨਿਮਰਤਾ 'ਚ ਰਹਿਣਾ। ਮੈਂ ਨਾ ਆਪ ਮੈਨੂੰ ਕਿਸੇ ਸਿੰਘ ਨੇ ਇੱਦਾਂ ਦੀ ਟੀਚਰ ਕੀਤੀ, ਲੰਗਰ 'ਚ ਬੈਠੇ ਸੀ ਤੇ ਮੈਨੂੰ ਗੁੱਸਾ ਆਉਣ ਲੱਗਾ ਤੇ ਮੈਨੂੰ ਚੇਤਾ ਆ ਗਿਆ ਕਥਾ ਦਾ, ਆਪਾਂ ਇੱਕੋ ਜਿਹੇ ਹਾਂ। ਮੈਂ ਕਿਹਾ ਮਾਰੇ ਕਹਿੰਦੇ ਰੱਖ ਗਰੀਬੀ ਵੇਸ ਤੇ ਹੁਣ ਇੱਥੇ ਤੇਰੇ ਬਾਪੂ ਨੇ ਨਿਮਰਤਾ ਰੱਖਣੀ। ਇਹ ਮਾਰੇ ਨੇ ਤੇ ਕੱਲ ਕਿਹਾ ਸੀ ਵੀ ਜਦੋਂ ਕਿਤੇ ਮੌਕਾ ਮਿਲੇ ਤੇ ਨਿਮਰਤਾ 'ਚ ਰਹਿਣਾ। ਤੇ ਉਸ ਵੇਲੇ ਪਤਾ ਨਹੀਂ ਕਿੰਨੇ ਕੁ ਲੜ ਪੈਣਾ ਸੀ, ਪਰ ਗੁਰੂ ਦਾ ਭਜਨ ਚੇਤੇ ਆ ਗਿਆ ਤੇ ਉਹ ਬਾਅਦ 'ਚ ਆਪੇ 10 ਮਿੰਟ ਆ ਕੇ ਕਹਿੰਦਾ ਭਾਈ ਸਾਹਿਬ ਮਾਫ ਕਰਨਾ। ਵੇਲੋ ਆ ਹੁੰਦੇ ਗੁਰੂ ਦੇ ਭਜਨ। ਤੇ ਜੇ ਮੰਨ ਲਓ ਸੁਣ ਕੇ ਤੇ ਧਾਰਨ ਨਹੀਂ ਕਰਨੇ ਤੇ ਫਿਰ ਨਾਲੇ ਸਾਨੂੰ ਗਾਲਾਂ ਦਵਾਓਗੇ ਨਾਲੇ ਗੁਰੂ ਨੂੰ। ਫਿਰ ਪਤਾ ਕਰਦੇ ਕੀ ਕਹਿੰਦੇ, ਮੂੰਹ ਚੱਕ ਕੇ ਬੋਲੀ ਸਾਹਿਬ ਤੁਰ ਪੈਂਦੇ। ਉੱਥੇ ਕੀ ਰੱਖਿਆ? ਫਿਰ ਇੱਦਾਂ ਗੁਰੂ ਦਾ ਨਾਮ ਵੀ ਵਿੱਚ ਹੀ ਆਉਂਦਾ ਤੇ ਸਾਡਾ ਵੀ, ਸਾਰਿਆਂ ਦਾ ਵਿੱਚ ਹੀ ਆਉਣਾ। ਸੋਭਾ ਉਹਦੀ ਹੋਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਕਹਿੰਦੇ ਵੀ ਖੇਤੀ ਕਰੋ। ਮਹਾਰਾਜ ਨੇ ਖੇਤੀ ਵੀ ਦੱਸਤੀ। ਬਾਅਦ ਵਿੱਚ ਵਾਰੀ ਆ ਗਈ, ਕਹਿੰਦੇ ਜੀ ਹੱਟੀ ਪਾ ਲਓ ਰਾਏ ਭੋਏ ਦੀ ਤਲਵੰਡੀ। ਤੇ ਕੱਲ ਆਪਾਂ ਵਿਚਾਰ ਕੀਤੀ ਸੀ ਹੱਟੀ ਦੀ। ਤੇ ਮਹਾਰਾਜ ਕਹਿੰਦੇ ਸਾਡੀ ਦੁਕਾਨ ਕੀ ਆ? ਉਮਰ। ਤੇ ਉਹਦੇ ਵਿੱਚ ਸੌਦਾ ਕਾਹਦਾ? ਸੱਚ ਦਾ। ਤੇ ਡੱਬੇ ਕਾਹਦੇ ਆ? ਸੁਰਤ ਦੇ। ਸੁਰਤ ਖੁੱਲੀ ਹੋਊ ਤੁਹਾਡੀ ਤੇ ਵਸਤੂ ਪਊ। ਹੁਣ ਜਿਵੇਂ ਗੁਰਦੁਆਰੇ ਬੈਠੇ ਤੁਸੀਂ ਤੇ ਧਿਆਨ ਤੁਹਾਡਾ ਘਰੇ ਹੋਊ ਜਾਂ ਕਿਤੇ ਬਾਜ਼ਾਰ ਬਜੂਰ 'ਚ, ਤੇ ਤੁਹਾਡੇ ਉੱਪਰ ਦੀ ਕਥਾ ਲੰਘ ਜਾਣੀ।
ਤੁਹਾਨੂੰ ਪਤਾ ਨਹੀਂ ਲੱਗਣਾ ਭਾਈ ਸਾਹਿਬ ਕੀ ਸੁਣਾਗੇ। ਇਸ ਕਰਕੇ ਸੁਰਤ ਦਾ ਮੂੰਹ ਖੋਲ ਕੇ ਰੱਖੋ ਭਾਂਡੇ ਦਾ। ਮਾਰੇ ਕਹਿੰਦੇ ਦੁਕਾਨ ਸਾਡੀ ਉਮਰ, ਸੌਦਾ ਸੱਚ ਦਾ ਤੇ ਭਾਂਡਾ ਸੁਰਤ ਦਾ। ਤੇ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਇਦਾਂ ਕਰਕੇ ਦੁਕਾਨ ਕਰ ਗਿਆ, ਵਣਜਾਰਿਆਂ ਸਿਓ ਵਣਜ ਕਰ। ਆਹ ਦੁਨੀਆਦਾਰੀ ਸਾਰਾ ਵਣਜਾਰਾ ਗਲੀ 'ਚ ਫਿਰਦਾ ਨਾ, ਹੋਕਾ ਦਿੰਦਾ, ਉਹਦਾ ਕੰਮ ਹੋਕਾ ਦੇਣਾ, ਕੋਈ ਸੌਦਾ ਲਵੇ। ਤੇਰਾ ਕੰਮ ਆ ਤੂੰ ਪਹਿਰਾ ਦੇਣਾ ਗੁਰਮਤ ਦੇ। ਕੋਈ ਤੈਨੂੰ ਪਿਆਰ ਕਰੇ, ਤੈਨੂੰ ਕੋਈ ਬੁਲਾਵੇ, ਇਹੀ ਕਹਿਣਗੇ ਬਾਬਾ ਜੀ ਸਾਡੇ ਘਰ ਦੇ ਮੈਨੂੰ ਬੁਲਾਉਣੋਂ ਹਟ ਗਏ। ਉਹ ਕਹਿੰਦੇ ਤੂੰ ਪਾਠ ਹੀ ਕਰੀ ਜਾਂਦਾ। ਮੈਂ ਕਿਹਾ ਚੰਗਾ ਟਾਈਮ ਨਾਲ ਹਟ ਗਏ, ਵਧੀਆ, ਮੁੜ ਕੇ ਹਟੇ ਤੇ ਕੀ ਹਟੇ ਜਿੱਦਣ ਅੱਖਾਂ ਮੀਟ ਗਏ। ਸੋ ਇਸ ਕਰਕੇ ਮਾਰੇ ਕਹਿੰਦੇ ਵਣਜਾਰਿਆਂ ਸਿਓ ਵਣਜ ਕਰ। ਵਾਹਿਗੁਰੂ ਵਾਹਿਗੁਰੂ। ਇਹ ਵਣਜ ਆਪਾਂ ਰੋਜ਼ ਕਰਦੇ ਹਾਂ ਤੇ ਲੈ ਲਾਹਾ ਮਨ ਹੱਸ। ਕਹਿੰਦੇ ਫਿਰ ਬਹੁਤ ਵੱਡਾ ਲਾਭ ਹੋਵੇਗਾ। ਵਾਹਿਗੁਰੂ ਸਾਹਿਬ ਜੀ ਕੁੰਡਲੀਆ ਛੰਦ। ਤਬ ਲਾਲੋ ਕਹਿਵਾਇਓ ਰਾਏ ਬੁਲਾਰੂ ਪਾ। ਤੇ ਫਿਰ ਕਹਿੰਦੇ ਚਾਚਾ ਲਾਲੂ ਜੀ ਨੇ ਨੇਤਰ ਫੇਰੇ ਮਹਿਤਾ ਕਾਲੂ ਜੀ ਵੱਲ। ਹੁਣ ਤੁਹਾਡੀ ਵਾਰੀ ਆ। ਤੇ ਮਹਿਤਾ ਕਾਲੂ ਜੀ ਨੇ ਸਿਰ ਹਿਲਾਤਾ ਵੀ ਮੈਂ ਨਹੀਂ ਨਾਨਕ ਨੂੰ ਕੁਝ ਕਹਿ ਸਕਦਾ। ਬਸ ਦੋ ਜਣਿਆਂ ਤੇ ਆਸ ਸੀ, ਇੱਕ ਚਾਚਾ ਲਾਲੂ ਤੇ ਦੂਜਾ ਰਾਏ ਬੁਲਾਰ। ਤੇ ਰਾਏ ਬੁਲਾਰ ਨੇ ਪਹਿਲਾਂ ਬੇਨਤੀ ਕੀਤੀ ਸੀ ਵੀ ਖੇਤੀ ਕਰੋ, ਮੈਂ ਤੁਹਾਡੇ ਨਾਲ ਹਾਂ, ਵੀ ਜਿੰਨੇ ਨੌਕਰਾਂ ਦੇ ਪੈਸੇ, ਬੀਜ ਦੇ ਪੈਸੇ, ਜਿੰਨਾ ਖਰਚਾ ਦਾਸ ਕਰੂਗਾ ਤੇ ਬਸ ਤੂੰ ਆਪਣਾ ਮੁਖੜਾ ਹੀ ਵਿਖਾਈ ਜਾਏ। ਅੱਜ ਵੀ ਕਈ ਪਰਿਵਾਰ ਜਿਹੜੇ ਨਾ, ਤੇ ਗੁਰੂ ਪਾਤਸ਼ਾਹ ਦੀ ਮਿਹਰ ਹੈ, ਦਇਆ ਹੈ, ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਰਹਿਮਤ ਕਰਦੇ ਹੈ। ਕਈ ਨਗਰਾਂ ਦੇ ਵਿੱਚ, ਨਕੋਦਰ ਦੇ ਅਗਲੇ ਪਾਸੇ ਇੱਕ ਨਗਰ ਹੈ, ਉੱਥੇ ਇੱਕ NRI ਪਰਿਵਾਰ ਹੈ। ਉਹ ਗੁਰੂ ਘਰ ਦਾ ਸਾਰਾ ਖਰਚਾ ਉਸ ਪਰਿਵਾਰ ਨੇ ਲਿਆ ਹੋਇਆ। ਕਾਰੋਬਾਰ ਬੜਾ, ਗੁਰਦੁਆਰੇ ਦੀ ਗ੍ਰੰਥੀ ਦੀ ਤਨਖਾਹ ਵੀ ਉਹਨਾਂ ਦੇਣੀ, ਕੀਰਤਨੀਆਂ ਦੀ ਭੇਟਾ ਵੀ ਉਹਨਾਂ ਦੇਣੀ, ਤੇ ਲੰਗਰ ਤੇ ਦੇਗ ਵੀ ਉਹਨਾਂ ਦੀ। ਭਾਵੇਂ ਸੰਗਤਾਂ ਬਥੇਰਾ, ਪਰ ਉਹਨਾਂ ਨੇ ਸੇਵਾ ਮੰਗ ਕੇ ਲਈ ਸਾਰੇ ਨਗਰ ਤੋਂ, ਇਹ ਗਰੀਬਾਂ ਦੀ ਝੋਲੀ 'ਚ ਪਾ ਦਿਓ। ਆਖੋ ਸਤਨਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਲਾਹਾ ਲਿਆ ਕਰ। ਤੇ ਰਾਏ ਬੁਲਾਰ ਦਾ ਦਿਲ ਵੱਡਾ ਸੀ, ਘਰ ਵੱਡਾ ਸੀ। ਉਹ ਕਹਿੰਦਾ ਬਾਬਾ ਸਾਰਾ ਖਰਚਾ ਮੇਰਾ, ਸਭ ਕੁਝ ਮੇਰਾ, ਬਸ ਤੂੰ ਬੈਠਾ ਦਰਸ਼ਨ ਹੀ ਦੇਈ ਜਾ। ਜਿਨ੍ਹਾਂ ਨੂੰ ਰੱਬ ਨੇ ਬਹੁਤ ਕੁਝ ਪਿਆਰ ਦਿੱਤਾ ਉਹ ਲਾਹਾ ਵੀ ਲੈਂਦੇ ਆ। ਇਹਨੇ ਨਾਲ ਭਲਾ ਹੋ ਜੂ, ਕੋਈ ਵਾਧਾ ਘਾਟਾ ਹੋਵੇ ਤੁਹਾਡੀ ਕਿਰਤ 'ਚ ਨਾ, ਉਹ ਚੰਗੇ ਥਾਂ ਤੁਹਾਡੀ ਮਾਇਆ ਆ ਗਈ ਤੇ ਤੁਹਾਡਾ ਭਲਾ ਹੋ ਜਾਣਾ। ਕਿਉਂਕਿ ਜਦੋਂ ਅੱਗ ਬਲਦੀ ਹੋਵੇ ਤੇ ਪਾਣੀ ਉਹਨੂੰ ਬੁਝਾ ਦਿੰਦਾ ਜੇ ਕਿਤੇ ਨਾ ਕਿਤੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ। ਫਿਰ ਚਾਚਾ ਲਾਲੂ ਜੀ ਨੇ ਰਾਏ ਬੁਲਾਰ ਦੇ ਪਾਸ ਫੇਰ ਬੇਨਤੀ ਕੀਤੀ ਦੁਬਾਰਾ ਵੀ ਬਾਪੂ ਹੁਣ ਤੇਰੇ ਆਸਰੇ ਹੀ ਆ, ਬਾਕੀ ਦੇ ਹੱਥ ਖੜੇ ਕਰ ਗਏ ਆ, ਇੱਕ ਵਾਰੀ ਹੋਰ ਯਤਨ ਕਰੋ ਗੁਰੂ ਨਾਨਕ ਸਾਹਿਬ ਨੂੰ ਮਨਾਉਣ ਵਾਸਤੇ। ਨਾਨਕ ਜੇ ਮਨ ਫਿਰਨ ਪਰ ਕਰਤੇ ਭਇਓ ਉਦਾਸ। ਕਹਿੰਦੇ ਨਾਨਕ ਜੀ ਨੂੰ ਕਹੋ ਵੀ ਇਹਦਾ ਮਨ ਘਰ 'ਚ ਨਹੀਂ ਲੱਗਦਾ। ਅਸੀਂ ਹਿਸਾਬ ਕਿਤਾਬ ਲਾ ਲਿਆ ਇਹਦਾ ਵੀ ਇਹ ਘਰ ਨਹੀਂ ਰਹਿਣਾ। ਕਈ ਬੰਦੇ ਅੱਜ ਵੀ ਇਦਾਂ ਦਾ ਘਰੇ ਜੀ ਨਹੀਂ ਲੱਗਦਾ। ਘਰ ਦੇ ਕਹਿੰਦੇ ਤੈਨੂੰ ਤੇਰੇ ਪੈਰਾਂ ਥੱਲੇ ਕੁਝ ਨੱਪਿਆ ਵੀ ਤੂੰ ਟਿਕਦਾ ਨਹੀਂ ਕਿਤੇ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਵੀ ਇਹਨਾਂ ਦਾ ਇਹ ਗੱਲ ਪੱਕੀ ਆ ਵੀ ਇਹਨਾਂ ਦਾ ਘਰ 'ਚ ਜੀ ਨਹੀਂ ਲੱਗਦਾ। ਆ ਬਜ਼ੁਰਗ ਮਾਈਆਂ ਇਹ ਜੁੜੇ ਨਾ, ਇਹ ਟਾਈਮ ਨਾਲ ਇਹਦੇ ਘਰ ਦੇ ਕਹਿੰਦੇ ਨੇ ਤੇ ਪੈਰਾਂ ਥੱਲੇ ਨੱਪਿਆ ਬੁਰੜੀ ਤੇ ਕੁਛ, ਇਹ ਟਾਈਮ ਨਾਲ ਤੁਰ ਪੈਂਦੀ ਹੈ। ਅੱਗੇ ਇੱਕ ਵਾਰ ਬਚਾ ਲਿਆ, ਹੁਣ ਨਹੀਂ ਬਚਾਉਣਾ। ਤੋ ਇਸ ਕਰਕੇ ਮਹਾਰਾਜ ਨੂੰ ਵੀ ਇਹ ਬਚਨ ਕਹਿੰਦੇ ਵੀ ਘਰੇ ਨਹੀਂ ਬਹਿ ਹੁੰਦਾ, ਇਹਨੇ ਨਹੀਂ ਬਹਿਣਾ। ਕਹਿੰਦੇ ਇਹਦਾ ਮਨ ਰਹਿੰਦਾ ਬਾਹਰ। ਇਸ ਕਰਕੇ ਆਪਾਂ ਸਲਾਹ ਕਰਕੇ ਨਾ ਤੇ ਇਹਨੂੰ ਕੋਈ ਇਦਾਂ ਦਾ ਕਾਰੋਬਾਰ ਦੇ ਦਈਏ ਜਿਹੜਾ ਬਾਹਰ ਵੀ ਰਵੇ ਤੇ ਕਮਾਈ ਵੀ ਕਰੇ। ਕਰਤੇ ਭਇਓ ਉਦਾਸ ਮੋਲ ਲੀਜੈ ਕਿੰਕਾਨਾ। ਕਹਿੰਦੇ ਘਰਦਿਆਂ ਨਾਲੋਂ ਤਾਂ ਇਹਨੇ ਨਾਤਾ ਲਿਆ ਤੋੜ, ਕਿਉਂਕਿ ਇਹਨੇ ਆਪਣਾ ਪਰਿਵਾਰ ਵੀ ਦੱਸਤਾ ਵਾ। ਕਈ ਸੰਗਤ ਨਵੀਂ ਆਈ ਹੈ। ਪਰਿਵਾਰ ਸੀ ਮਹਾਰਾਜ ਦਾ, ਪਿਤਾ ਸੀ ਪ੍ਰੇਮ, ਮਾਤਾ ਸੀ ਬੁੱਧੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਦਾਈ ਸੀ ਸ਼ਾਂਤੀ, ਦਾਇਆ ਸੀ ਸੰਤੋਖ, ਤੇ ਚਾਚਾ ਸੱਚ ਸੀ, ਤੇ ਭਰਾ ਬੈਰਾਗ ਸੀ, ਤੇ ਭੈਣ ਖਿਮਾ ਸੀ, ਤੇ ਪੁੱਤਰ ਗਿਆਨ ਸੀ। ਇਹ ਮਹਾਰਾਜ ਨੇ ਆਪਣਾ ਪਰਿਵਾਰ ਗਣਾਇਆ ਸੀ। ਕਹਿੰਦੇ ਇੱਕ ਆਹ ਪਰਿਵਾਰ ਹੈ ਜਿਹਦੇ ਬਦਲੇ ਸਾਰੀ ਜ਼ਿੰਦਗੀ ਖੱਪ ਗਏ
ਇਹਨਾਂ ਜਾਣ ਲੱਗਿਆਂ ਨੂੰ 2 ਕੁਆਂਟਲ ਬਾਲਣ, 1 ਘਿਓ ਦਾ ਡੱਬਾ ਤੇ ਇੱਕ ਗਰਨਾ ਕਾਹ ਦਾ, ਇੰਨੇ ਕੁ ਨਾਲ ਕੰਮ ਚੱਲ ਜਾਂਦਾ। ਆਖੋ ਸਤਿਨਾਮ। ਮਹਾਰਾਜ ਕਹਿੰਦੇ ਇਸ ਪਰਿਵਾਰ ਨੇ ਤੇ ਉੱਥੋਂ ਤੱਕ ਜਾਣਾ ਏ, ਪਰ ਜਿਹੜਾ ਸਾਡਾ ਪਰਿਵਾਰ ਹੈ ਇਹਨੇ ਸਾਡੇ ਨਾਲ ਧੁਰ ਤੱਕ ਜਾਣਾ ਹੈ। ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਪਰਿਵਾਰ ਦਾ ਵੀ ਮੋਹ। ਦੂਜਾ ਯਤਨ ਉਹਨਾਂ ਕੀਤਾ ਜਾਇਦਾਦ ਦਾ, ਪ੍ਰਾਪਰਟੀ ਦਾ, ਵੀ ਆਹ ਜਿਹੜੀ ਪੈਲੀ ਬੰਨਾ ਇਹ 'ਚ ਬਾਬੇ ਨੂੰ ਵਸਾਈਏ। ਤੇ ਮਹਾਰਾਜ ਨੇ ਉਹ ਵੀ ਦੱਸਤਾ। ਮਹਾਰਾਜ ਕਹਿੰਦੇ ਸਾਡੀ ਖੇਤੀ ਚੱਲਣ ਦਈ ਆ, ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ, ਨਾਮ ਬੀਜ ਰੱਖ ਗਰੀਬੀ। ਉਹ ਖੇਤੀ ਵੱਲੋਂ ਵੀ ਕਹਿੰਦੇ ਗਏ। ਤੇ ਤੀਜਾ ਕੰਮ ਸੀ ਕਹਿੰਦੇ ਹੱਟੀ ਪਾ ਲਈਏ, ਸਾਈਡ ਬਿਜ਼ਨਸ ਜਿਹਨੂੰ ਕਹਿੰਦੇ ਆਪਾਂ। ਤੇ ਬਾਬੇ ਨੇ ਆਖਿਆ ਸਾਡੀ ਹੱਟੀ ਵੀ ਚੱਲਣ ਦਈ ਆ। ਉਹ ਕਿਹੜੀ ਹੈ? ਮਾਰੇ ਕਹਿੰਦੇ ਉਮਰ ਦੀ ਹੱਟੀ ਆ, ਸੌਦਾ ਸੱਚ ਦਾ ਵਾ ਤੇ ਡੱਬੇ ਜਿਹੜੇ ਆ ਸੁਰਤ ਦੇ ਆ, ਭਰੇ ਪਏ ਮਹਾਰਾਜ ਦੀ ਵੇਰ ਨਾਲ। ਹੁਣ 3 ਜਿਹੜੇ ਕਾਰਜ ਮਹਾਰਾਜ ਤੇ ਲਾਗੂ ਕੀਤੇ, ਪਰ ਤਿੰਨੇ ਮਹਾਰਾਜ ਨੇ ਆਪਣੇ ਵੱਲੋਂ ਦੱਸ ਦਿੱਤੇ। ਹੁਣ ਚੌਥੀ ਜਿਹੜੀ ਬੇਨਤੀ ਉਹਦੀ ਤਿਆਰੀ ਕੀਤੀ ਹੈ। ਕਰੀਏ ਤਿਨ ਕੋ ਵਣਜ ਫਿਰੋਂ ਦੇਸ਼ਨ ਜੇ ਜਾਨਾ। ਅਸਲ ਵਿੱਚ ਜਿਹੜੀ ਕਥਾ ਹੁਣ ਚੱਲ ਰਹੀ ਹੈ ਨਾ, ਇਹ ਕਰੋੜਾਂ ਦੀ ਕੀਮਤ ਦੇ ਕੇ ਵੀ ਨਹੀਂ ਮਿਲਦੀ, ਕਿਉਂਕਿ ਆਪਾਂ ਸਾਰੇ ਹਾਂ ਦੁਨਿਆਵੀ, ਮੈਂ ਵੀ ਵਿੱਚ। ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਕਿੱਥੋਂ ਆਏ ਆ ਤੇ ਕਿੱਥੇ ਜਾਣਾ। ਆਪਾਂ ਇੰਨੇ ਕੁ ਦਾਇਰੇ 'ਚ ਫਸ ਗਏ ਆ। ਮੇਰੇ ਖਿਆਲ ਤੁਸੀਂ ਜਿੰਨੇ ਬੈਠੇ ਆ 30 ਤੋਂ ਤੇ ਉੱਤੇ ਆ ਸਾਰੇ। 1-2 ਵਿੱਚ ਬੱਚੇ ਆ, ਬਾਕੀ ਦੇ ਸਾਰੇ 40 45 50 60 ਵਾਲੇ ਆ। ਤੇ ਅੱਜ ਦੀ ਉਮਰ ਹੈਗੀ ਆ 75 80। ਤੇ ਪਿਛਲੇ ਬੰਨੇ ਕੀ ਰਹਿ ਗਿਆ? ਬਾਪੂ ਨੂੰ ਮੈਂ ਤਾਂ ਹੀ ਹੱਸਦਾ ਨਾ ਵੀ ਤੂੰ ਤੇ ਕੰਢੇ ਤੇ ਹੀ ਆ। ਆਖੋ ਸਤਿਨਾਮ। ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਦਰਿਆਵੇ ਕੰਨੇ ਬਗਲਾ, ਵੀ ਜਿਨ੍ਹਾਂ ਦੇ ਐਨ ਦੁੱਧ ਵਰਗੇ ਚਿੱਟੇ ਹੋ ਗਏ ਨਾ, ਉਹ ਸਮਝ ਲਓ ਵੀ ਵੀਜ਼ਾ ਲੱਗਾ ਹੀ ਆ। ਚਲੋ ਸਾਡੇ ਵਰਗੇ ਨੂੰ ਪਤਾ ਤੇ ਸਾਡਾ ਨਹੀਂ, ਪਰ ਅਸੀਂ ਆਸ ਜੀ ਰੱਖੀ ਫਿਰਦੇ ਹਾਂ ਵੀ ਅਜੇ ਹੈਗਾ ਟਾਈਮ। ਪਰ ਮਾਰੇ ਬਾਬਾ ਫਰੀਦ ਕਹਿੰਦਾ ਜਿਹਦੀ ਦੁੱਧ ਵਾਂਗੂ ਚਿੱਟੀ ਉਹ ਤਿਆਰੀ ਕਰੇ, ਟੈਚੀ ਫੜ ਲਿਆ ਉਹਦੀ, ਉਹ ਕੱਪੜੇ ਪਾਲੇ, ਵੀਜ਼ਾ ਲੱਗਾ ਹੀ ਰਹਿ। ਕਹਿੰਦੇ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰਾ। ਉਹ ਲੜਨਾ ਪਿਓ ਕਿਤੇ ਹੈ ਨਾ, ਕੱਲ ਨੂੰ ਬਾਪੂ ਸਾਰੇ ਆਉਣ ਨਾ ਮੈਨੂੰ ਲਿਜਾ ਜਾ ਕੇ ਲਿਆਉਣੇ ਪੈਣ। ਫਰੀਦਾ ਜੇਠੀਆ ਦਾੜੀ ਹੋਈ ਪੂਰਾ, ਅੱਗੋਂ ਨੇੜਾ ਆਇਆ ਵਿਚਾਰਿਆ ਦੂਰ। ਕਈ ਵਾਰੀ ਹੱਸੀ ਦਾ ਵੀ ਉਹ ਮਹਾਂਪੁਰਖ ਬਾਬਾ ਹਰਦੇਵ ਸਿੰਘ ਜੀ ਭਜਨ ਸੁਣਾਉਂਦੇ ਸੀ, ਲੂਲੋ ਵਾਲੇ ਮਹਾਂਪੁਰਖ ਬੜੇ ਵਿਦਵਾਨ ਹੋਏ। ਉਹ ਵੀ ਤਾਂ ਉਹ ਮਹਾਂਪੁਰਖ ਮੈਂ ਵੇਖੇ, ਉਹ ਵੀ ਹੱਸ ਕੇ ਕਥਾ ਕਰਦੇ ਸੁਣਦੇ ਰਹੀ ਦਾ। ਉਹਨਾਂ ਦਾ ਵੀ ਇੱਦਾਂ ਸੀ, ਵਿਦਿਆ ਬਹੁਤ ਸੀ ਉਹਨਾਂ ਕੋਲ, ਅਰਬੀ ਫਾਰਸੀ ਸੰਸਕ੍ਰਿਤ ਇੰਗਲਿਸ਼, ਬਹੁਤ ਵਿਦਵਾਨ ਸੀ। ਪਿੱਛੇ ਖੁੱਲ੍ਹਾ ਜਿਹਾ ਪਰਨਾ ਬੰਨ੍ਹਦੇ ਸੀ, ਸਾਦਾ ਜਿਹਾ, ਹਸਾਉਂਦੇ ਬਹੁਤ ਹੁੰਦੇ ਸੀ। ਉਹ ਕਹਿੰਦੇ ਅਸੀਂ ਕਿਸੇ ਨੂੰ ਕਿਹਾ ਵੀ ਚਿੱਟੀ ਹੋ ਗਈ ਆ, ਤੇ ਬਾਬੇ ਫਰੀਦ ਨੇ ਆਖਿਆ ਵੀ ਟੇਚੀ ਭਰ ਲਾ। ਕਹਿੰਦੇ ਅਗਲੇ ਦਿਨ ਕੀ ਹੋਇਆ ਵੀ ਉਹ ਤੇ ਜਵਾਨ ਬਣਿਆ ਫਿਰੇ ਹੈ। ਉਹ ਕਹਿੰਦੇ ਵੀ ਇਹ ਕਿਹੜਾ ਏ? ਉਹ ਕਹਿੰਦਾ ਲੈ ਬਾਬਾ ਅੱਜ ਨਹੀਂ ਤੂੰ ਮੈਨੂੰ ਕਹਿ ਸਕਦਾ। ਉਹ ਕਹਿੰਦਾ ਤੇਰਾ ਭਲਾ ਹੋ ਜੇ, ਇਹ ਕਾਲੀ ਕਿੱਦਾਂ ਹੋਈ? ਕਹਿੰਦਾ ਕਮਾਲ ਹੈ, ਕ੍ਰਿਸ਼ਮਾ ਏ। ਕਹਿੰਦੇ ਕੀ? ਕਹਿੰਦੇ ਤੁਸੀਂ ਕੱਲ੍ਹ ਹੀ ਕਿਹਾ ਚਿੱਟੀ ਹੋ ਗਈ ਤੇ ਤਿਆਰੀ ਕਰੋ। ਮੈਂ ਕਹਿੰਦੇ ਗੁਰਦੁਆਰੇ ਜਾਂਦਿਆਂ ਪਹਿਲਾਂ ਦੁਕਾਨ ਤੇ ਹੀ ਗਿਆ, ਪਹਿਲਾਂ ਮੈਨੂੰ ਆਖਿਆ ਵੀ ਉਹ ਪੁੜੀ ਜੀ ਦੇ ਜਿਹੜੀ ਆਖੋ ਵਾਹਿਗੁਰੂ। ਕਹਿੰਦੇ ਫਿਰ ਉਹਨੂੰ ਮੈਂ ਪੁੜੀ ਨੂੰ ਲਿਜਾ ਕੇ ਕੌਲੀ 'ਚ ਪਾ ਕੇ ਸੀਸੇ ਸਾਹਮਣੇ ਰੀਝ ਨਾਲ ਰੰਗਿਆ। ਇੱਕ ਵੀ ਚਿੱਟਾ ਨਾ ਰਿਹਾ। ਮੈਂ ਕਿਹਾ ਕੱਲ੍ਹ ਨੂੰ ਬਾਬੇ ਨੂੰ ਚੈਲੰਜ ਕਰਨਾ, ਲੈ ਹੁਣ ਬਾਬੇ ਫਰੀਦ ਨੂੰ ਕਹਿ ਲਿਜਾ ਕੇ ਦਿਖਾ। ਤੇ ਅੱਗੋਂ ਬਾਬੇ ਫਰੀਦ ਨੇ ਹੋਰ ਸ਼ਲੋਕ ਉਚਾਰਤਾ। ਉਹਨਾਂ ਕੀ ਕਹਿਤਾ? ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਇਹਨੂੰ ਤੇ ਲੁਕਾ ਲੇਗਾ, ਜਿਹੜਾ ਉਧਰ ਪ੍ਰੋਗਰਾਮ ਉਹ ਨਹੀਂ ਲੁਕਣਾ। ਹੁਣ ਕਈ ਸੰਗਤਾਂ ਤੇ ਆਵੇ ਮੈਂ ਵੇਖਣ ਦਿਆ ਐ ਸੁਧਰ ਗਏ ਆ ਸਿਆਣੇ, ਮਨ ਖੁੱਚਦਾ ਵੀ ਉਹਨਾਂ ਨੇ ਛੱਡਤਾ ਸਾਰਾ ਕਾਰੋਬਾਰ ਐ ਵੀ ਦੁੱਧ ਵਾਂਗੂ ਚਿੱਟੇ ਕੇਸ। ਤੇ ਕਈ ਭੈਣਾਂ ਵੀ ਵਿੱਚ ਹੁੰਦੀਆਂ ਲੜਨਾ ਪਿਓ, ਉਹਨਾਂ ਨੂੰ ਹੁੰਦਾ ਵੀ ਹਰ ਕਿਸੇ ਨੂੰ ਵੀ ਮੈਂ ਬੁੱਢਾ ਨਾ ਹੋਵਾਂ, ਵੀ ਆਪਾਂ ਜਵਾਨ ਜੇ ਰਹੀਏ। ਤੇ ਸ਼ਕਲ ਤੋਂ ਤੇ ਪਤਾ ਲੱਗਦੀ ਆ। ਤੋ ਇਸ ਕਰਕੇ ਕਹਿੰਦੇ ਆ ਵੀ ਜਿੱਦਾਂ ਮਹਾਂਪੁਰਖ ਬਚਨ ਸੁਣਾਉਂਦੇ ਸੀ ਵੀ ਕਿਤੇ ਨਾ ਗਿੱਦੜ ਨੇ ਸ਼ੇਰ ਮਰਿਆ ਪਿਆ ਸੀ ਤੇ ਉਹਦੀ ਖੱਲ ਲਾ ਕੇ ਤੇ ਆਪ ਪਾਲੀ ਤੇ ਰੌਲਾ ਪਾਤਾ ਵੀ ਮੇਰਾ ਨਾਂ ਨੀਲੂ ਰਾਜਾ ਵਾ।
ਉਹ ਕਹਿੰਦੇ ਜਿਹੜਾ ਜੰਗਲ ਦਾ ਰਾਜਾ ਸ਼ੇਰ ਸੀ ਉਹਦੇ ਸਾਹ ਸੁੱਕੇ ਫਿਰਨ, ਇਹ ਨੀਲੂ ਰਾਜਾ ਕਿਹੜਾ ਆ ਗਿਆ ਮੇਰੇ ਤੋਂ ਵੱਡਾ ਰਾਜਾ, ਮੈਂ ਤਾਂ ਸ਼ੇਰ ਰਾਜਾ ਏ। ਉਹਨੂੰ 15 20 25 ਦਿਨ ਵਿਚਾਰੇ ਦਾ ਸਾਹ ਸੁੱਕਾ ਲੰਘ ਗਏ, ਬੜਾ ਮਾਯੂਸ ਹੋਇਆ। ਇੱਕ ਦਿਨ ਕਹਿੰਦਾ ਵੀ ਇਹੋ ਜੀ ਜ਼ਿੰਦਗੀ ਨਾਲੋਂ ਤੇ ਮਰੇ ਚੰਗੇ ਆ, ਇੱਕ ਵਾਰੀ ਵੇਖੀਏ ਤੇ ਸਹੀ ਕਿਹੜਾ ਸਾਡੇ ਤੋਂ ਵੱਡਾ ਨੀਲੂ ਰਾਜਾ ਏ। ਉਹ ਪਿੱਛਾ ਕਰਦਾ ਕਰਦਾ ਨਾ ਗਿੱਦੜ ਦਾ ਤੁਰਿਆ ਗਿਆ, ਤੇ ਗਿੱਦੜਾਂ ਨੂੰ ਬਾਣ ਹੈ ਵੀ ਜਿਹੜਾ ਗਿੱਦੜ ਵਾਂਗ ਨਾ ਦਵੇ ਉਹ ਹਲਕਾ ਹੋ ਜਾਂਦਾ। ਉਹ ਜਦੋਂ ਗਿੱਦੜ ਭੰਗ ਕੇ ਰਾਤ ਨੂੰ, ਤੇ ਉਹ ਹੈ ਤੇ ਉਹਨਾਂ ਦੀ ਪਾਲਟੀ ਸੀ ਨਾ, ਅੰਸ ਬੰਸ, ਉਹ ਜਦੋਂ ਅੱਗੋਂ ਇੱਕਾ ਭੰਕਿਆ ਤੇ ਉਹਨੇ ਵੀ ਚੀਖ ਜੀ ਮਾਰੀ ਜਦੋਂ ਰਾਤ ਨੂੰ ਰੋਂਦੇ ਹੁੰਦੇ, ਤੇ ਸ਼ੇਰ ਨੇ ਮਾਰ ਕੇ ਪੰਜਾ ਤੇ ਪ੍ਰਾਣ ਕੱਢ ਤੇ ਕਹਿੰਦਾ ਮੇਰਾ ਲਹੂ ਸੁਕਾਇਆ ਨੀਲੂ ਰਾਜਾ ਤੇ ਗਿੱਦੜ ਹੈ। ਉਹ ਗੱਲ ਖੁਣੋ ਵੀ ਸਾਨੂੰ ਰੱਬ ਤੇ ਯਕੀਨ ਨਹੀਂ। ਮਾਫ ਕਰਿਓ, ਮਾਫੀ ਚਾਹੁੰਦੇ, ਤੁਸੀਂ ਗੁਰਮਤਿ ਨਾਲ ਜੁੜਨਾ। ਹੁਣ ਰੋਜ਼ ਕਥਾ ਸੁਣਦੇ ਆ, ਛੱਡ ਦਈਏ ਖਹਿੜਾ। ਸਾਨੂੰ ਉਹਦੇ ਤੇ ਯਕੀਨ ਨਹੀਂ ਵੀ ਜਿਹੜੀ ਉਹਨੇ ਜਵਾਨੀ ਦਿੱਤੀ ਸੀ ਕਿ ਉਹ ਸਹੀ ਨਹੀਂ ਸੀ। ਹੁਣ ਕਾਹਤੋਂ ਜਵਾਨ ਹੋਣਾ, ਹੁਣ ਤੇਚੀ ਪੈਕ ਕਰੀਏ ਨਾ। ਜਦੋਂ ਬੰਦੇ ਨੂੰ ਪਤਾ ਹੋਵੇ ਮੇਰਾ 12 ਤਰੀਕ ਦੀ ਫਲਾਈਟ ਰਾਤ ਨੂੰ, ਤੇ ਉਹ 15 ਦਿਨ ਪਹਿਲੇ ਪ੍ਰੈਸ ਕਰੀ ਜਾਂਦਾ ਕਿ ਨਹੀਂ। ਬਾਣੀ ਕਹਿੰਦੀ ਭਲਿਆ ਪ੍ਰੈਸ ਕਰ ਆਪਣਾ ਸਮਾਨ, ਤੂੰ ਰੁਕਣ ਵਾਲੇ ਕੰਮ ਕਰਨ ਦਿਆਂ। ਜੋ ਬਣ ਜਾਂਦੇ ਨਾ ਡਰਾਂ, ਜੇ ਸੈ ਪ੍ਰੀਤ ਨਾ ਜਾਏ, ਪ੍ਰੀਦਾ ਕੀਤੀ ਜੋ ਬਣ ਸੁੱਕ ਗਏ। ਪਿਆਰਿਓ ਹੁਣ ਗੱਜ ਕੇ ਪੜਿਓ, ਬੜੇ ਚਿਰ ਬਾਅਦ ਸਮਾਂ ਹੋ ਗਿਆ ਤਾਂ ਸ਼ਬਦ ਪੜੇ ਨੂੰ। ਤਾਂ ਹੀ ਤਾਂ ਬਾਬੇ ਫਰੀਦ ਵਰਗੇ ਮਹਾਂਪੁਰਖ ਨੇ ਸਾਰੀ ਜ਼ਿੰਦਗੀ ਬੰਦਗੀ 'ਚ ਗੁਜ਼ਾਰਤੀ, 36 ਸਾਲ ਤੇ ਗੁਰੂ ਹੀ ਧਾਰਨ ਕਰ ਛੱਡਿਆ। ਬਾਅਦ 'ਚ ਇਬਾਦਤਾਂ ਕੀਤੀਆਂ, ਤੇ ਜਦੋਂ ਸਰੀਰ ਬਿਰਧ ਹੋ ਗਿਆ ਨਾ, ਬਿਰਧ ਸਰੀਰ ਨੂੰ ਛੇੜਿਆ ਨਹੀਂ, ਐਨ ਕੁਰੰਗ ਬਣ ਗਿਆ। ਕਾਂ ਆਏ ਖਾਣ ਵਾਸਤੇ। ਇਹਦੇ ਦੋਵੇਂ ਅਰਥ ਨੇ। ਗੁਰਮੁਖ ਸਿੰਘ ਵੀ ਕਥਾ ਸੁਣ ਰਹੇ, ਇੱਕ ਅਰਥ ਹੈ ਰੂਹਾਨੀ, ਇੱਕ ਦੁਨਿਆਵੀ। ਆਮ ਜਨਤਾ ਦੁਨਿਆਵੀ ਅਰਥ ਕਰਦੀ ਹੈ। ਬਾਬਾ ਫਰੀਦ ਸਾਹਿਬ ਨੂੰ ਕਾਂ ਠੂੰਗੇ ਮਾਰਦੇ, ਅਸਲ ਵਿੱਚ ਉਹ ਕਾਂ ਕਾਹਦੇ ਸੀ? ਵਿਕਾਰਾਂ ਦੇ, ਜਿਹੜੇ ਅੰਦਰ ਖਾਤੇ ਵੜ ਵੜ ਖਾਈ ਜਾਂਦੇ ਆ। ਹੋਰ ਕਿਤੇ ਬਾਬੇ ਫਰੀਦ ਦੇ ਇੰਨੇ ਚੇਲੇ, ਇੰਨਾ ਪਿਆਰ ਸੀ, ਤੇ ਕਿਤੇ ਉੱਦਾਂ ਥੋੜ੍ਹਾ ਜੰਗਲ 'ਚ ਰੱਖਤਾ ਵੀ ਕਾਊਂ ਖਾ ਲਓ। ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ, ਕਿਤੇ ਮਾੜੀ ਜਿਹੀ ਝਰੀਟ ਆਵੇ ਤੇ ਸੰਗਤ ਮਗਰ ਆ ਜਾਂਦੀ ਪਤਾ ਲੈਣ। ਤੇ ਬਾਬਾ ਫਰੀਦ ਐਡਾ ਰਹਿਬਰੇ ਪੁਰਸ਼ ਸੀ, ਕਿਤੇ ਇੱਦਾਂ ਨਹੀਂ ਘਰਦਿਆਂ ਨੇ ਚੁੱਕ ਕੇ ਰੱਖਤਾ ਬੁੱਢੇ ਬਾਰੇ ਵੀ ਕਾਊਂ ਖਾ ਲਓ। ਉਹਨਾਂ ਦਾ ਕੋਈ ਮੈਸੇਜ ਸੀ ਸਾਡੇ ਤੱਕ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਆਸਾ, ਤ੍ਰਿਸ਼ਨਾ, ਲਾਲਚ, ਇਹ ਚੀਜ਼ਾਂ ਜਿਹੜੇ ਕਾਂ ਨੇ ਵੜ ਵੜ ਖਾਈ ਜਾਂਦੇ, ਤੇ ਸਾਰਾ ਸਰੀਰ ਮੇਰਾ ਖਾ ਲਿਆ ਇਹਨਾਂ ਨੇ। ਪਰ ਉਹਨੇ ਫਿਰ ਇੱਕ ਤਰਲਾ ਲਿਆ, ਕਹਿੰਦੇ ਕਾਗਾ ਦੋ ਚੀਜ਼ਾਂ ਰਹਿਣ ਦੇ, ਮੈਂ ਤੈਨੂੰ ਕਦੇ ਨਹੀਂ ਡੱਕਦਾ, ਤੂੰ ਮੈਨੂੰ ਇੰਨਾ ਖਾਧਾ, ਮੇਰਾ ਬਚਪਨ ਖਾ ਲਿਆ, ਬੋਲੋ ਵਾਹਿਗੁਰੂ, ਮੇਰੀ ਜਵਾਨੀ ਖਾ ਲਈ, ਮੇਰਾ ਅਧਖੜ ਉਮਰ ਵਾਲਾ ਹਿੱਸਾ, ਤੇ ਹੁਣ ਮੇਰਾ ਵਡੇਪਾ ਵੀ ਖਾ ਲਿਆ, ਤੇ ਮੇਰੀਆਂ ਦੋ ਚੀਜ਼ਾਂ ਨਾ ਖਾਈ। ਕਾਗ ਕਹਿੰਦਾ ਕਿਹੜੀਆਂ ਕਿਹੜੀਆਂ? ਤੇ ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਤੇ ਆ ਜਗ੍ਹਾ ਜਿੱਥੇ ਦਿਲ ਆ, ਤੇ ਇੱਕ ਅੱਖਾਂ, ਦੋ ਪੱਟ ਸਮੇਨ ਆ ਆਪਣੇ ਸਰੀਰ ਦੇ ਵਿੱਚ। ਅੱਖਾਂ ਵੇਂਦੀਆਂ ਤੇ ਦਿਲ ਆ ਜਾਂਦਾ, ਤੇ ਜਿਹੜੀ ਚੀਜ਼ ਨੂੰ ਅੱਖਾਂ ਵੇਖ ਲੈਣ ਤੇ ਦਿਲ ਸੈਨ ਕਰਦੇ ਨਾ ਵੀ ਆਹ ਚੀਜ਼, ਹੁਣ ਆਪਾਂ ਰਿਸ਼ਤਾ ਹੀ ਕਰਦੇ ਆ, ਬੱਚੀ ਬੱਚਾ ਬਿਠਾਤਾ, ਸਭ ਤੋਂ ਪਹਿਲਾਂ ਅੱਖਾਂ ਵੇਂਦੀਆਂ ਪੂਰਾ ਬੋਡੀ ਨੂੰ ਵੀ ਮੇਰੇ ਨਾਲ ਜਚੂਗੀ, ਉਹ ਕਹੂਗਾ ਮੇਰੇ ਨਾਲ ਜਚੂਗਾ, ਤੇ ਫਿਰ ਦਿਲ ਅੰਦਰੋਂ ਆਵਾਜ਼ ਦਿੰਦਾ ਵੀ ਓਕੇ ਜਾਂ ਨਹੀਂ। ਦਿਲ ਅੰਦਰੋਂ ਆਵਾਜ਼ ਦਿੰਦਾ। ਹੁਣ ਇੱਕ ਦਿਲ ਕਹਿੰਦਾ ਵਾ ਵੀ ਇਹਨੇ ਮੇਰੇ ਨਾਲ ਨਹੀਂ ਜਚਣਾ, ਪਰ ਅੰਦਰ ਦਿਲ 'ਚ ਇਹ ਵੀ ਆ ਰਿਹਾ ਹੈ ਕਿ ਜੱਚੇ ਨਾ ਜੱਚੇ, ਵੀ ਗਰੀਬੀ ਜਾਇਦਾਦ ਚਾਹੀਦੀ। ਇਹ ਬਹੁਤ ਵੱਡੀਆਂ ਖੇਡਾਂ ਵਾ ਜ਼ਿੰਦਗੀ ਦੀਆਂ, ਗ੍ਰਸਤ ਦੀਆਂ। ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਵਾਂਗਾ। ਬਾਬਾ ਫਰੀਦ ਸਾਹਿਬ ਕਹਿੰਦੇ ਦੋ ਚੀਜ਼ਾਂ ਆਪਣੀਆਂ ਮੇਨ ਹੈ, ਇੱਕ ਅੱਖਾਂ ਤੇ ਇੱਕ ਦਿਲ। ਜਿਹੜੀ ਚੀਜ਼ ਅੱਖਾਂ ਨੂੰ ਪਸੰਦ ਆ ਗਈ, ਦਿਲ ਉਹਨੂੰ ਚਾਹੁੰਦਾ ਹੈ। ਤੇ ਬਾਬੇ ਫਰੀਦ ਨੇ ਆਖਿਆ ਮੇਰੀਆਂ ਅੱਖਾਂ ਤੈਨੂੰ ਤੱਕਦੀਆਂ ਵਾ, ਮੇਰੇ ਦਿਲ ਨੇ ਤੈਨੂੰ ਸਦਾ ਹੀ ਆਵਾਜ਼ ਮਾਰੀ। ਤੇ ਦੋਵੇਂ ਚੀਜ਼ਾਂ, ਦੋ ਸ਼ਲੋਕ ਆ ਉਹਨਾਂ ਦੇ। ਕਾਗਾ ਚੂੰਡ ਬਸੈ
ਜਿਤ ਪਿੰਜਰੈ ਮੇਰਾ ਸੋ ਵਸੈ। ਕਹਿੰਦੇ ਆ ਦਿਲ ਵਾਲੀ ਜਗ੍ਹਾ ਰਹਿਣ ਦੇ। ਆਪਾਂ ਕਹਿੰਦਾ ਮੈਂ ਤੈਨੂੰ ਦਿਲੋਂ ਪਿਆਰ ਕਰਦਾ, ਕੋਈ ਵੀ ਮਾਂ ਨੂੰ ਕਰਦਾ, ਕੋਈ ਦਾਦੀ ਨੂੰ ਕਰਦਾ, ਕੋਈ ਭਰਾ ਨੂੰ, ਕੋਈ ਭੈਣ ਨੂੰ, ਕੋਈ ਆਪਣੇ ਸੱਜਣ ਮਿੱਤਰ ਨੂੰ। ਦਿਲ ਸ਼ਬਦ ਕਿਉਂ ਕਿਹਾ ਜਾਂਦਾ? ਗੁਰੂ ਗ੍ਰੰਥ ਸਾਹਿਬ 'ਚ ਵੀ ਕਿਹਾ, ਦਿਲੋਂ ਮੁਹੱਬਤ ਜਿਨ ਸਹੀ। ਵੀ ਜੇ ਦਿਲੋਂ ਪਿਆਰ ਕਰਨਾ ਗੁਰੂ ਨੂੰ ਤੇ ਦਿਲੋਂ ਕਰੀ। ਗੁਰੂ ਤੇਰੇ ਰੁਮਾਲੇ ਨਹੀਂ ਚਾਹੁੰਦਾ, ਗੁਰੂ ਤੇਰਾ ਸੋਨਾ ਨਹੀਂ ਚਾਹੁੰਦਾ, ਓਏ ਗੁਰੂ ਤੇਰੇ ਮਾਇਆ ਦੇ ਗੱਫੇ ਨਹੀਂ ਚਾਹੁੰਦਾ, ਗੁਰੂ ਤੇਰਾ ਪਿਆਰ ਚਾਹੁੰਦਾ। ਤੁਹਾਡਾ ਪਿਆਰ ਕਰਕੇ 60 ਮਿੰਟ ਬਹਿ ਜਾਂਦੇ, ਜਿੱਦਾਂ ਦਾ ਮਾਹੌਲ ਚੱਲਦਾ 6 ਮਿੰਟ ਨਹੀਂ ਕੋਈ ਬਹਿੰਦਾ। ਗੁਰੂ ਗ੍ਰੰਥ ਸਾਹਿਬ ਘਰੇ ਖੰਡ ਪਾਠ ਚੱਲਦਾ, ਭੱਜ ਕੇ ਬਾਹਰ ਆ ਜਾਂਦੇ ਆ। ਗੱਜ ਕੇ ਪੜਿਓ, ਮਹਾਂਪੁਰਖ ਪੜ੍ਹਦੇ ਸੀ, ਕਹਿੰਦੇ ਕਾਗਾ ਕਰੰਗ ਸਗਲਾ ਖਾਇਆ ਵਾਸ। ਕਹਿੰਦੇ ਉਹ ਤੇਰੇ ਅੱਗੇ ਹੱਥ ਜੋੜੇ, ਹੁਣ ਤੇ ਰਹਿਣ ਦੇ, ਸਾਰੀ ਜ਼ਿੰਦਗੀ ਤੇ ਮੈਨੂੰ ਮਾਂਜ ਘੱਤਿਆ ਹੀ। ਅਸਲ ਵਿੱਚ ਨਾ ਭਾਵੇਂ ਤੁਸੀਂ ਗੁੱਸਾ ਕਰਿਓ ਜਾਂ ਹੱਸ ਕੇ ਮੰਨਿਓ, ਸਰੀਰ ਨਾਲ ਪੰਗਾ ਬੰਦਾ ਲੈਂਦਾ ਹੀ ਉਦੋਂ ਆ ਜਦੋਂ ਅੰਦਰ ਉਹ ਵਕਾਰ ਦੰਦੀ ਵੜਦਾ। ਨਹੀਂ ਤੇ 17 ਸਾਲਾਂ ਵਾਲੇ ਨੂੰ ਕੀ ਲੋੜ ਪਈ ਜਵਾਨ ਹੋਣ ਦੀ? ਹੁਣ ਕੀ ਲੈਣਾ ਜੀ? ਹੁਣ ਤੇ ਪੋਤੇ ਵੀ ਵਿਆਹ ਵਾਲੇ, ਪੋਤੀਆਂ। ਬਾਣੀ ਤੋਂ ਬਾਹਰ ਨਹੀਂ ਜਾਊਂਗਾ, ਲਾਈਵ ਚੱਲਣ ਦਿਆ ਇੱਕ ਵੀ ਸ਼ਬਦ ਹੈ। ਇਹ ਸੱਚਾਈ ਹੈ ਕਿ ਜਿੰਨਾ ਚਿਰ ਸਾਡੇ ਅੰਦਰ ਵਕਾਰ ਆ, ਸਾਨੂੰ ਇੱਧਰ ਨੂੰ ਨਹੀਂ ਤੁਰਨ ਦਿੰਦਾ। ਸਰੀਰ ਭਾਵੇਂ ਬੁੱਢਾ ਹੋ ਗਿਆ ਪਰ ਆਤਮਾ ਜਵਾਨ। ਉਹ ਨਹੀਂ ਮੰਨਣ ਦੇ ਵੀ ਲੈ ਲੋਕੀ ਕੀ ਕਹਿਣਗੇ, ਤੂੰ ਬੁੱਢਾ ਹੋ ਗਿਆ। ਤੇ ਬਾਬੇ ਨੇ ਆਖਿਆ ਜਿਹੜਾ ਬੁੱਢਾ ਹੋ ਜੇ ਉਹ ਤੇ ਕਰਮਾਂ ਵਾਲਾ। ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈ ਸਿਓ ਰੰਗ ਨਵਾਂ ਰੰਗ ਚੜ ਜੂਗਾ ਤੈਨੂੰ। ਤੇ ਬਾਬੇ ਫਰੀਦ ਨੇ ਆਖਿਆ ਹੱਥ ਜੋੜਿਓ ਕਾਗਾ, ਮੈਂ ਤੈਨੂੰ ਨਹੀਂ ਡੱਕਿਆ, ਤੂੰ ਮੇਰੇ ਹੱਥ ਖਾ ਲੇ, ਮੇਰੀ ਜੀਭ ਖਾ ਲਈ, ਮੇਰੇ ਕੰਨ ਖਾ ਲੇ, ਮੇਰੇ ਪੈਰ ਖਾ ਲੇ। ਸਾਰੀ ਜ਼ਿੰਦਗੀ ਮਾੜੇ ਕੰਮਾਂ 'ਚ ਗੁਜ਼ਾਰਤੀ, ਦੋ ਚੀਜ਼ਾਂ ਤੇ ਰਹਿਣ ਦੇ। ਤੇ ਕਾਗ ਨੇ ਅੱਗੋਂ ਆਖਿਆ, ਕਹਿੰਦਾ ਹੁਣ ਕੀ ਲੈਣਾ ਹੀ ਅੱਖਾਂ ਰੱਖ ਕੇ, ਇਹ ਵੀ ਖਾ ਲੈਂਦੇ ਮੈਨੂੰ। ਫਿਰ ਬਾਬਾ ਜੀ ਨੇ ਕੀ ਕਿਹਾ? ਸਿੱਧੇ ਸ਼ਬਦਾਂ 'ਚ ਗਾਉਣਾ ਆਪਾਂ, ਹੱਥ ਜੋੜ ਕੇ ਪੱਲਾ ਪਾ ਕੇ ਕੀ ਕਹਿੰਦੇ? ਆਸੇ ਓਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, 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 ਪਿਆਰੇ ਦੇ ਮਿਲਣ ਦੀ, ਅੱਜ ਪਿਆਰੇ ਦੇ ਮਿਲਣ ਦੀ, ਪਿਆਰੇ ਦੇ ਮਿਲਣ ਦੀ, ਅੱਜ ਪਿਆਰੇ ਦੇ ਮਿਲਣ ਦੀ, ਆਸ ਵੇ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, ਆਸ ਵੇ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, ਆਸੇ ਓਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, ਆਸੇ ਓਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, ਪਿਆਰੇ ਦੇ ਮਿਲਣ ਦੀ, ਅੱਜ ਪਿਆਰੇ ਦੇ ਮਿਲਣ ਦੀ, ਪਿਆਰੇ ਦੇ ਮਿਲਣ ਦੀ, ਅੱਜ ਪਿਆਰੇ ਦੇ ਮਿਲਣ ਦੀ, ਆਸ ਓਏ ਕਾਗਾ ਮੈਨੂੰ ਆਸੇ ਓਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਦਾਤੇ ਬਾਬਾ ਫਰੀਦ ਸਾਹਿਬ ਦੀ ਆਵਾਜ਼ ਬੁਲੰਦ ਹੋਈ, ਕਹਿੰਦੇ ਮੈਨੂੰ ਮਿਲਣ ਦੀ ਆਸ ਹੈ। ਅਜੇ ਵੀ ਮੈਂ ਮਿਲਣਾ ਚਾਹਣਾ, ਜਿੱਦਾਂ ਸਾਡੀ ਉਮਰ ਕਾਫੀ ਹੈ ਪਰ ਸਾਡੇ ਅੰਦਰ ਅਜੇ ਵੀ ਜਵਾਨੀ ਹੈ। ਅਸੀਂ ਆਪਣਿਆਂ ਤੋਂ ਦੂਰ ਨਹੀਂ ਜਾਣਾ ਚਾਹੁੰਦੇ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਕਹਿੰਦੇ ਮੇਰਾ ਸਰੀਰ ਭਾਵੇਂ ਹੁਣ ਨਕਾਰਾ ਹੋ ਗਿਆ ਹੈ ਪਰ ਮੈਨੂੰ ਅਜੇ ਵੀ ਰੱਜਿਆ ਨਹੀਂ। ਮੈਨੂੰ ਪਿਆਰਾ ਵੇਖਣਾ ਪੈਂਦਾ ਰੋਜ਼, ਤੇ ਅੱਖਾਂ ਨਾ ਖਾਈ।
ਇੱਕ ਦਿਲ ਨਾ ਖਾਈ ਜਿਸ ਪਿੰਜਰ, ਇੱਥੇ ਵਾਸਾ ਉਹਦਾ। ਤੇ ਜਦੋਂ ਬੰਦਾ ਦਿਲੋਂ ਲੈ ਜੇ ਨਾ ਕੋਈ, ਉਦੋਂ ਰਿਸ਼ਤੇ ਬੋਲੋ। ਅੱਜ ਮੈਨੂੰ ਲੱਗਦਾ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਨਾ, ਸਾਡੇ ਬੱਚੇ, ਇਹ ਦਿਲ ਚੋਂ ਮਹਾਰਾਜ ਸਾਹਿਬ ਦਾ ਸਤਿਕਾਰ ਕੱਢਦੇ ਜਾ ਰਹੇ ਆ। ਵੀ ਜਿੰਨਾ ਚਿਰ ਤੁਸੀਂ ਕਥਾ ਸੁਣਦੇ ਆ ਨਾ, ਉਹ ਥੋੜਾ ਜਿਹਾ ਗਰਮ ਗਰਮ ਤਵਾ ਤੇ ਪ੍ਰਸ਼ਾਦਾ ਲੈਂਦਾ ਜਾਂਦਾ, ਗਾਂ ਕੋਈ ਸਿੱਖਣ ਹੀ ਨਹੀਂ ਦਿਆ। ਅਸੀਂ 25-30 ਜਾਣੇ ਸਿੱਖਦੇ ਸੀ, ਅੱਜ ਜਿਹਨੂੰ ਕਹੀਏ ਨਾ ਵੀ ਚੱਲ ਕਥਾ ਨਹੀਂ ਸਿੱਖਣੀ, ਕੀਰਤਨ ਨਹੀਂ, ਤੂੰ ਕੈਨੇਡਾ ਅਮਰੀਕਾ ਜਾਣਾ, ਤੈਨੂੰ 5 ਬਾਣੀਆਂ ਦੀ ਸੰਥਿਆ ਕਰਾ ਦਈਏ। ਉਹ ਕਮਲਿਆ ਮੁੜ ਕੇ ਸਾਰੀ ਦੁਨੀਆ ਛੱਡ ਜੂਗੀ, ਨਿਤਨੇਮ ਤੇ ਨਾ ਛੱਡੀ। ਕਹਿੰਦੇ ਨਹੀਂ ਬਾਬਾ ਜੀ ਇੰਨਾ ਨਹੀਂ ਕਰ ਸਕਦੇ। ਮੈਂ ਕਿਹਾ ਵੀ ਜ਼ਰੂਰੀ ਨਹੀਂ, ਤੂੰ ਪਾਠੀ ਨਹੀਂ ਬਣਨਾ, ਡਿਊਟੀਆਂ ਨਹੀਂ ਲਾਉਣੀਆਂ, ਆਪਣੇ ਜੋਗਾ ਤਾਂ ਕਰੋ। ਹਰ ਇੱਕ ਸਿੱਖ ਨੂੰ 5 ਬਾਣੀਆਂ ਆਉਣੀਆਂ ਚਾਹੀਦੀਆਂ। ਰਹਿਰਾਸ ਸਾਹਿਬ, ਸੋਹਿਲਾ ਸਾਹਿਬ, ਕਿਤੇ ਰੱਬ ਨਾ ਕਰੇ ਜ਼ਿੰਦਗੀ 'ਚ ਮਾਯੂਸ ਹੋ ਜਾਓ, ਕਾਰੋਬਾਰ ਜਵਾਬ ਦਿੰਦਾ ਦਿਸੇ, ਰਿਸ਼ਤੇਦਾਰ ਜਵਾਬ ਦਿੰਦੇ ਦਿਸਣ, ਘਰ ਵਾਲੀ ਵੀ ਨਾਲੋਂ ਜਾ ਕੇ ਕਿਸੇ ਹੋਰ ਨਾਲ ਵਿਆਹ ਕਰਾ ਲੇ, ਕਿੱਧਰ ਜਾਵੇਗਾ? ਉਸ ਵੇਲੇ ਫਿਰ ਤੈਨੂੰ ਇੱਕੋ ਚੀਜ਼ ਦਿਸੂਗੀ, ਰੱਸਾ। ਤੂੰ ਆਪਣੇ ਆਪ ਨੂੰ ਮਾਰਨਾ ਚਾਹੇਗਾ, ਪਰ ਜੇ ਤੇਰੇ ਕੋਲ ਗੁਰਬਾਣੀ ਹੋਈ ਤੇ ਗੁਰੂ ਕਹੇਗਾ ਮੈਂ ਜੀਵਾਂ ਤੇਰਾ। ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਪਿਆਰਿਓ। ਇਸ ਕਰਕੇ ਭਾਗਾਂ ਵਾਲੀਆਂ ਰੂਹਾਂ ਨੇ ਆਪਣੇ ਪਿਆਰੇ ਨੂੰ ਪਿਆਰਾ ਬਣਾਇਆ, ਸਾਥੀ ਬਣਾਇਆ ਹੈ। ਤਬ ਜਨਨੀ ਧੀਰਜ ਧਰੈ, ਸੁਤ ਆਵੈ ਫਿਰ ਧਾਮ। ਕਹਿੰਦੇ ਬਾਪੂ ਰਾਏ ਬੁਲਾਰ ਜੀ, ਇਹਨੂੰ ਗੁਰੂ ਨਾਨਕ ਸਾਹਿਬ ਨੂੰ ਮਨਾ ਲਓ, ਇਹਨੂੰ ਕੋਈ ਆਪਾਂ ਵਪਾਰ ਕਰਾ ਦਈਏ ਵੀ ਜਿਹੜਾ ਬਾਹਰ ਹੀ ਰਵੇ ਤੇ ਮਾਇਆ ਘਰ 'ਚ ਆਈ ਜਾਵੇ। ਇੰਨੇ ਨਾਲ ਮਾਤਾ ਤ੍ਰਿਪਤਾ ਨੂੰ ਵੀ ਪਿਆਰ ਮਿਲੇਗਾ, ਸ਼ਾਂਤੀ ਮਿਲੇਗੀ, ਸਕੂਨ ਮਿਲੇਗਾ। ਇਹ ਸੱਚਾਈ ਹੈ ਸੰਗਤ। ਤੇ ਮਾਂ ਪਿਓ ਕੁਛ ਨਹੀਂ ਮੰਗਦਾ। ਇੱਕ ਕਿਸੇ ਨੇ ਵੀਡੀਓ ਪਾਈ ਤੇ ਉਹ ਪੁੱਤਰ ਨੇ ਵਿਆਹ ਕਰਾ ਲਿਆ ਤੇ ਅੱਡ ਹੋ ਗਿਆ, ਤੇ ਪੰਚਾਇਤ ਬੈਠੀ ਤੇ ਬੱਚੇ ਦੀ ਵੀ ਥੋੜੀ ਸੈਲਰੀ ਸੀ, ਪੈਲੀ ਬੰਨਾ ਨਹੀਂ ਸੀ, ਤੇ ਮਾਂ ਮਰ ਗਈ ਤੇ ਬਾਪੂ ਹੈਗਾ ਸੀ। ਤੇ ਪੰਚਾਇਤ ਦੇ ਸਰਪੰਚ ਨੇ ਆਖਿਆ, ਕਹਿੰਦਾ ਵੀ ਕਾਕਾ ਬਜ਼ੁਰਗ ਨੂੰ ਖਰਚਾ ਦੇਣਾ ਪੈਣਾ। ਤੇ ਬਜ਼ੁਰਗ ਨੂੰ ਪੰਚਾਇਤ ਕਹਿੰਦੀ, ਬਾਪੂ ਕੀ ਖਰਚਾ ਬਣਾਈਏ ਤੇਰਾ? ਇਹ ਉਹ ਕਹਿੰਦਾ ਜੀ 100 ਰੁਪਈਆ। ਉਹ ਕਹਿੰਦੇ ਵੀ ਬਾਪੂ ਤੂੰ 100 ਰੁਪਈਆ ਮਹੀਨੇ ਦਾ? ਕਹਿੰਦਾ ਹਾਂ 100 ਰੁਪਈਆ ਦੇ ਦਿਓ। ਤੇ ਬਾਅਦ ਵਿੱਚ ਸਾਰੀ ਪੰਚਾਇਤ ਨੇ ਫੈਸਲਾ ਕੀਤਾ ਤੇ 9 ਪੁੱਤ 980। ਕਹਿੰਦੀ ਸ਼ੁਕਰ, ਸੌਖੀ ਜਾਨ ਛੁੱਟ ਗਈ ਬੁੜੇ ਦੀ। ਸਮਾਂ ਮਾੜਾ ਆ ਰਿਹਾ ਨਾ ਅੱਗੇ, ਆਪਾਂ ਕਿਹੜਾ ਹੋਣਾ ਨਹੀਂ। ਐ ਹੱਥ ਨਾ ਕਰ ਲਓ, ਇਹਦੇ ਨਾਲ ਦੇਣਾ ਪੈਣਾ। ਜੇ ਅੱਜ ਆਪਣੇ ਮਾਂ ਪਿਓ ਦੇ ਤੇਲ 'ਚ ਹੱਸਦੇ ਹਾਂ, ਸੇਵਾ ਕਰਦੇ, ਹੱਥੀਂ ਛਾਵਾਂ, ਜਿੱਦਣ ਆਪਾਂ ਬੁੱਢੇ ਹੋਏ ਸਾਡੇ ਬੱਚੇ ਵੀ ਸਕੂਲ 'ਚ ਲੱਗੇ, ਵੇਖਿਓ ਕਿੱਦਾਂ ਪਿਆਰ ਕਰਦੇ। ਇਹ ਦੇਣਾ ਪੈਂਦਾ ਬੰਦੇ ਨੂੰ। ਤੋ ਇਸ ਕਰਕੇ ਉਹ ਜਦੋਂ ਸਾਰੀ ਪੰਚਾਇਤ ਚਲੇਗੀ ਤੇ ਸਰਪੰਚ ਬੈਠਾ ਰਿਹਾ, ਕਹਿੰਦਾ ਬਾਪੂ ਮੈਨੂੰ ਤੇਰੀ ਸਮਝ ਨਹੀਂ ਆਈ ਕਿ ਤੂੰ ਮੇਰੇ ਲਈ ਇੰਨੇ ਗੇੜੇ ਮਾਰੇ, ਅੱਜ ਪੰਚਾਇਤ ਸੀ ਤੇ ਅੱਜ ਬੈਠਿਆਂ ਬੰਦਿਆਂ ਦੇ ਬੋਲਦਾ, ਤੈਨੂੰ ਕੋਈ ਦਵਾਉਂਦੇ ਹਿੱਸਾ ਠੇਕਾ? ਕਹਿੰਦਾ ਮੈਂ ਤੇ ਰੱਬ ਦੇ ਕੋਲ ਇੱਕੋ ਚੀਜ਼ ਮੰਗੀ ਆ ਵੀ ਰੱਬਾ ਹੁਣ ਪੜਦਾ ਪਾ ਦੇ। ਕਹਿੰਦੇ ਮੈਨੂੰ ਯਕੀਨ ਆ ਉਹਦੇ ਤੇ ਵੀ ਉਹ ਜ਼ਰੂਰ ਕਰੂਗਾ। ਫਿਰ ਕਹਿੰਦੇ 100 ਰੁਪਈਆ ਕਾਹਤੋਂ ਮੰਗਿਆ? ਉਹ ਵੀ ਰਹਿਣ ਦਿੰਦਾ। ਜਿੱਦਾਂ ਆਪਾਂ ਕਹਿੰਦੇ ਨਾ ਵੀ ਮੂੰਹ ਕਾਲਾ ਕਰਨਾ ਸੀ ਮੇਰਾ, ਉਹ ਕਹਿੰਦੇ 100 ਕਾਹਤੋਂ? ਕਹਿੰਦਾ ਪਿਓ ਜੀ ਹੋਇਆ, ਅੰਦਰ ਮੋਹ ਸੀ, ਮੈਂ 100 ਰੁਪਈਆ ਇਸ ਕਰਕੇ ਨਹੀਂ ਰੱਖਿਆ, ਇਸ ਕਰਕੇ ਰੱਖਿਆ ਵੀ ਜਿੰਨਾ ਚਿਰ ਮੈਂ ਜੀਣਾ ਏ, ਮਹੀਨੇ ਬਾਅਦ 100 ਦੇ ਬਹਾਨੇ ਮੇਰਾ ਪੁੱਤ ਮੈਨੂੰ ਮਿਲਣ ਆ ਜਾਏ। ਉਹਦਾ ਇਹਨੇ ਮੈਨੂੰ ਮਿਲਣਾ ਨਹੀਂ ਆ। ਆ ਹੁੰਦਾ ਮਾਂ ਪਿਓ, ਕੁਛ ਨਹੀਂ ਚਾਹੁੰਦੇ ਸਾਡੇ ਤੋਂ। ਉਹਨਾਂ ਕਿਹੜਾ ਸੋਨੇ ਦੀਆਂ ਰੋਟੀਆਂ ਖਾਣੀਆਂ। ਇੱਕ ਬੰਦਾ ਐਵੇਂ ਬੋਝ ਸਮਝਣ ਲੱਗ ਪੈਂਦਾ, ਉਹ ਸਮਝਦਾ ਜਿਹੜਾ ਗੁਰੂ ਤੋਂ ਟੁੱਟ ਗਿਆ। ਤੇ ਤੁਸੀਂ ਮੈਨੂੰ ਪਤਾ ਜਿੰਨੇ ਬੈਠੇ ਮੈਨੂੰ ਕਹਿ ਤੇ ਦਿੰਨੇ, ਤੁਸੀਂ ਵਿਆਹਾਂ ਸ਼ਾਦੀਆਂ 'ਚ ਨਾ 25-30 ਹਜ਼ਾਰ ਰੁਪਈਆ ਸੁੱਟਦੇ ਆ, ਸੁੱਟਦੇ ਕਿ ਨਹੀਂ? ਕਦੇ ਰਾਗੀ ਗ੍ਰੰਥੀ ਕਥਾਵਾਚਕ ਨੂੰ ਦਿੱਤਾ ਕੋਈ ਪਿਆਰ? ਕਿਉਂਕਿ ਕੋਈ ਤੁਹਾਡੀ ਇੱਥੇ ਬਹੂ ਬੈਠੀ ਹੋਵੇ, ਬੱਚੇ ਲਾਈਵ ਚੱਲਣ ਦਿਆ, ਆਹ ਕਥਾ ਸੁਣੂਗਾ, ਤੁਹਾਡਾ 9 ਪੁੱਤ ਉਹਦੇ ਤੇ ਅਸਰ ਪਊ ਕਿ ਨਹੀਂ? ਜਿਸ ਬੰਦੇ ਨੇ, ਮੈਂ ਨਹੀਂ ਕਹਿੰਦਾ ਮੈਂ ਕਥਾ ਵਾਚਕ ਹੈ, ਜਿੰਨੇ ਤੁਹਾਡਾ ਘਰ ਵਸਾਉਣਾ ਸੀ ਅੱਜ ਉਹਨੂੰ ਧੱਕੇ ਪੈਂਦਾ। ਤੇ ਜਿਨ੍ਹਾਂ ਨੇ ਤਬਾਹ ਕਰਨੇ ਡਾਂਸਰਾਂ ਤੇ ਕਲਾਕਾਰਾਂ, ਨਸ਼ੇ, ਉਹਨਾਂ ਨੂੰ ਤੁਸੀਂ ਗਾਈਡਨੈਸ ਦੇਂਦਾ। ਆਪਣੀ ਜ਼ਿੰਦਗੀ ਦੀ ਕਮਾਈ ਜਿਹੜੀ ਜਮ੍ਹਾਂ ਕਰ 50 ਸਾਲਾਂ ਦੀ ਰੱਖੀ, ਉਹ ਪੋਤੀ ਪੋਤੇ ਦੇ ਵਿਆਹ 'ਚ ਉਡਾਤੀ, ਤੋੜੇ ਖੋਲ ਕੇ। ਕਿਤੇ ਚੰਗੇ ਬੰਨੇ ਖਰਚ ਕਰ ਲਓ, ਤੁਹਾਡਾ ਬਚਾਅ ਹੋ ਜਾਏਗਾ।
ਧੰਨ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿ ਰਹੇ ਨੇ, ਕਹਿੰਦੇ ਇਦਾਂ ਦਾ ਕਾਰੋਬਾਰ ਚਲਾਓ ਵੀ ਘਰ 'ਚ ਪੈਸੇ ਵੀ ਆਉਣ, ਜਦੋਂ ਪੈਸੇ ਆਉਣਗੇ ਤੇ ਨਾਨਕ ਜੀ ਵੀ ਆਉਣਗੇ ਤੇ ਮਾਂ ਤ੍ਰਿਪਤਾ ਨੂੰ ਠੰਡ ਪੈ ਜਾਵੇਗੀ। ਸੁਨ ਸ੍ਰਵਣਨ ਸ੍ਰੀ ਮੁਖ ਬਨੈ ਤ੍ਰਿਤੀਆ ਪਦ ਅਵਿਰਾਮ। ਔਰ ਕਹਿੰਦੇ ਇਸ ਤਰ੍ਹਾਂ ਕਰਕੇ ਆਹ ਤਰੀਕਾ ਫਿਰ ਇਹਨਾਂ ਨੇ ਜਿਹੜਾ ਹੈ ਚੌਥੇ ਸਰੂਪ 'ਚ ਲੱਭ ਲਿਆ। ਪਹਿਲਾਂ ਪਰਿਵਾਰ ਦਾ ਮੋਹ ਪਾਉਣਾ ਪਿਆ, ਉਹ ਵੀ ਨਹੀਂ ਗੱਲ ਬਣੀ। ਫਿਰ ਖੇਤੀਬਾੜੀ 'ਚ ਬਾਬੇ ਨੂੰ ਪਾਉਣਾ ਚਾਹਿਆ, ਉਹ ਵੀ ਗੱਲ। ਫਿਰ ਹੱਟੀ ਪਾਉਣ ਦੀ ਗੱਲ ਕੀਤੀ, ਉਹ ਵੀ ਗੱਲ ਨਹੀਂ ਬਣੀ। ਤੇ ਫਿਰ ਮਹਾਰਾਜ ਸਾਹਿਬ ਨੂੰ ਹੁਣ ਵਪਾਰ ਬਾਰੇ ਕਿਹਾ ਵੀ ਕੋਈ ਵਪਾਰ ਕਰਾ ਦਈਏ ਘੋੜਿਆਂ ਦਾ, ਕੋਈ ਲੀੜੇ ਕੱਪੜੇ ਦਾ। ਤੇ ਲਓ ਜੀ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਸਾਡਾ ਵਪਾਰ ਵੀ ਚੱਲਣ ਦਿਆ, ਆਓ ਕਰੀਏ ਦਰਸ਼ਨ। ਸ੍ਰੀ ਮੁਖ ਵਾਕ ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜਾ ਕਥਾ ਤੇ ਕੀਰਤਨ ਆ, ਸਾਰੀ ਸੰਗਤ ਹੱਥ ਜੋੜੋ, ਆਖੋ ਸਤਨਾਮ। ਦੇਖੋ ਆਪਣੇ ਕਿੱਡੇ ਭਾਗ ਜਾਗੇ ਅੱਜ। ਮਹਾਰਾਜ ਕਹਿੰਦੀ ਸੰਗਤਾਂ ਕਈ ਲਾਈਵ ਤੇ ਬੈਠੀਆਂ ਹੁੰਦੀਆਂ ਘਰੇ, ਉਹਨਾਂ ਦਾ ਵੀ ਧੰਨਵਾਦ ਹੈ। ਇਹ ਕਹਿਣ ਦਾ ਭਾਵ ਵੀ ਮਹਾਰਾਜ ਕਹਿੰਦੇ ਵੀ ਜਿਹੜਾ ਅਸੀਂ ਸਵੇਰੇ ਸ਼ਾਮ ਕਥਾ ਕੀਰਤਨ ਕਰਦੇ ਨਾ, ਇਹ ਸਾਡਾ ਵਪਾਰ ਹੈ। ਐਵੇਂ ਨਾ ਸਮਝ ਲਿਆ ਕਰੋ ਵੀ ਆ ਕੇ ਤੁਸੀਂ ਇੱਥੇ ਬਹਿ ਕੇ ਮੁੜ ਜੰਨੇ। ਇਹ ਉਹ ਵਪਾਰ ਤੁਸੀਂ ਕਰਨ ਦੇ ਆ ਜਿਹਦੇ ਨਾਲ ਦਰਗਾਹ 'ਚ ਘਰ ਬਣਨਾ। ਹੁਣ ਅਸੀਂ ਇੱਥੇ 60-70 ਸਾਲ ਕਮਾਈ ਕੀਤੀ, 5-7 ਕਿੱਲੇ ਜ਼ਮੀਨ ਬਣ ਗਈ, ਕੋਠੀ ਬਣ ਗਈ, ਬੱਚਿਆਂ ਨੂੰ ਗੱਡੀ ਲੈਤੀ, ਕੱਪੜੇ ਬੱਚੇ ਵਿਆਹਲੇ, ਥੋੜ੍ਹਾ ਜਿਹਾ ਜੀਵਨ ਆਪਣਾ 70 ਸਾਲ ਦਾ। ਜੇ ਇਸ ਵਿੱਚ 12-13 ਘੰਟੇ ਰੋਜ਼ ਕਮਾਈ ਕਰਕੇ ਇੰਨਾ ਬਿਜ਼ਨਸ ਬਣਾ ਲਿਆ ਤੇ ਇਹ ਤੇ ਆਪਾਂ ਛੱਡ ਜਾਣਾ ਏ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਪਿਆਰਿਓ ਤੁਸੀਂ ਕਿਹੜੇ ਵਪਾਰ ਦੀ ਗੱਲ ਕਰਦੇ? ਸਾਡਾ ਵਪਾਰ ਹੋਣ ਦਿਆ, ਖੁੱਲੇ ਹੱਟ ਹੋਆ ਵਪਾਰ। ਕਹਿੰਦੇ ਸਵੇਰੇ ਸ਼ਾਮ ਆ ਜਿਹੜੀ ਕਥਾ ਕੀਰਤਨ ਸੰਗਤਾਂ ਜਪਦੀਆਂ ਨਾਮ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕਹਿੰਦੇ ਕੋਈ ਸੋਨੇ ਦਾ ਵਪਾਰ ਕਰਦਾ, ਕੋਈ ਚਾਂਦੀ ਦਾ, ਕੋਈ ਕੱਪੜੇ ਦਾ, ਕੋਈ ਜੰਟੀ ਕਰਦਾ। ਤੇ ਮਾਰੇ ਕਹਿੰਦੇ ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮਾਰੇ ਕਹਿੰਦੇ ਸਾਡਾ ਵਪਾਰ ਹੈ ਪਰਮੇਸ਼ਰ ਦੀ ਕਥਾ ਕਰਨੀ ਤੇ ਸੁਣਨੀ, ਮਹਾਰਾਜ ਦਾ ਕੀਰਤਨ ਕਰਨਾ ਤੇ ਸੰਗਤਾਂ ਦੇ ਵਿੱਚ ਤਿਲ ਫੁੱਲ ਜਲ ਪਾਣੀ ਵਰਤਾ ਦੇਣਾ। ਖਰਚ ਬਨ ਚੰਗਿਆਈਆ ਮਤ ਮਨ ਜਾਣ ਹੈ ਕੱਲ। ਤੇ ਮਹਾਰਾਜ ਕਹਿੰਦੇ ਜਿਹੜੇ ਘੋੜਿਆਂ ਦਾ ਵਪਾਰ ਤੁਸੀਂ ਕਹਿੰਦੇ ਨਾ, ਉਹ ਘੋੜੇ ਸਾਡੇ ਕੋਲ ਲੱਗੇ ਆ। ਤੇ ਰਾਏ ਬੁਲਾਰ ਕਹਿੰਦੇ ਨਾਨਕ ਜੀ ਕਿਹੜੇ ਘੋੜੇ? ਮਹਾਰਾਜ ਕਹਿੰਦੇ ਸੱਚ ਰੂਪੀ ਘੋੜੇ, ਰੋਜ਼ ਭਜਾਈ ਦੇ ਆ। ਹੁਣ ਇੱਥੇ ਸੱਚ ਹੀ ਆ ਨਾ ਕਥਾ, ਕਈਆਂ ਨੂੰ ਗੁੱਸਾ ਵੀ ਲੱਗ ਜਾਂਦਾ, ਪਰ ਮੇਰੇ ਖਿਆਲ ਤੁਹਾਡੇ 'ਚ ਨਹੀਂ ਕੋਈ ਇਦਾਂ ਦਾ ਦਿਸਿਆ। ਜਿਹਨੂੰ ਗੁੱਸਾ ਲੱਗਦਾ ਮੁੜ ਕੇ ਆਉਣਾ ਹਟ ਜਾਂਦਾ, ਫਿਰ ਪਤਾ ਲੱਗ ਜਾਂਦਾ ਨਾ ਵੀ ਇਹਨੇ ਫੀਲ ਕੀਤਾ ਵੀ ਮੈਨੂੰ ਇਦਾਂ ਕਿਹਾ। ਪਰ ਤੁਸੀਂ ਮੰਨਦੇ ਆ, ਠੀਕ ਆ, ਚਲੋ ਕੋਈ ਨਹੀਂ, ਕਾਲੇ ਕੁਲੇ ਕਰ ਲੈਂਦੇ, ਪਰ ਮੰਨ ਤੇ ਜਾਂਦੇ ਆ, ਹੈ ਨਾ, ਮੰਨ ਜਾਂਦੇ ਆ। ਮੇਰੇ 'ਚ ਵੀ ਤੁਹਾਡੇ ਤੋਂ ਵੱਧ ਹੋਗਣਾ, ਆਪਣਾ ਗੁਜ਼ਾਰਾ ਨਹੀਂ ਹੋਣਾ ਇੱਥੋਂ ਭੱਜਿਆ। ਗੁਰਦੁਆਰਾ ਛੱਡ ਜਾਾਂਗੇ, ਗੁਰੂ ਨੂੰ ਛੱਡ ਜਾਾਂਗੇ, ਸਿੱਖਾਂ ਨੂੰ ਛੱਡ ਜਾਾਂਗੇ, ਤੇ ਜਿੱਦਣ ਪਿੰਡ ਵਾਲਿਆਂ ਨੇ ਉੱਥੇ ਇਕੱਲੇ ਨੂੰ ਛੱਡ ਆਂਦਾ, ਫਿਰ ਤੈਨੂੰ ਕੌਣ ਫੜੂਗਾ? ਫਿਰ ਬਾਪੂ ਦੀ ਯਾਦ ਆਉਣੀ। ਪਹਿਲਾਂ ਸਾਰੀ ਜ਼ਿੰਦਗੀ ਗੁਰਦੁਆਰੇ ਤੇ ਗ੍ਰੰਥੀ ਨਾਲ ਲੱਗਦੀ ਰਹੀ, ਤੇ ਜਿੱਦਣ ਸੰਸਕਾਰ ਹੋਣਾ ਸਾਰੇ ਭੱਜ ਗਏ ਥੜੇ ਤੋਂ ਉਤਰ ਕੇ, ਉੱਥੇ ਗ੍ਰੰਥੀ ਰਹਿ ਗਿਆ। ਕਹਿੰਦੇ ਬਾਬਾ ਜੀ ਕਿੱਥੇ ਆ? ਕਹਿੰਦੇ ਆ ਜਾਓ ਕਰੋ ਅਰਦਾਸ। ਸਾਰੇ ਥੜੇ ਤੋਂ ਉਤਰ ਗਏ ਤੇ ਗ੍ਰੰਥੀ ਥੜੇ ਤੇ ਬੈਠਾ ਸੋਹਿਲਾ ਸਾਹਿਬ ਪੜ੍ਹਨ ਦਿਆ। ਇਸ ਕਰਕੇ ਸਾਰੇ ਪਿੰਡ ਦੀ ਸੁੱਖ ਗ੍ਰੰਥੀ ਸਾਹਿਬ ਮੰਗਦਾ, ਤੇ ਸਾਰਾ ਪਿੰਡ ਰਲ ਕੇ ਉਹਦੀ ਸੁੱਖ ਵੀ ਮੰਗਿਆ ਕਰੋ। ਆ ਕਈਆਂ ਨੇ ਬਾਹਰ ਗਏ ਤੇ ਬਈਆਂ ਨੂੰ ਘਰ ਦਿੱਤੇ, ਆਪਣੇ ਬਈਏ ਰਹਿੰਦੇ ਆ, ਤੇ ਭਾਈ ਸਾਹਿਬ ਨੂੰ ਦੇ ਦਿਆ ਕਰੋ। ਤੇ ਬਾਬਾ ਜੀ ਤੁਸੀਂ ਜਿੰਨਾ ਚਿਰ ਅਸੀਂ ਮੁੜਦੇ ਨਹੀਂ ਕੈਨੇਡਾ ਤੋਂ, ਉਹਨਾਂ ਚਿਰ ਰਹਿ ਪੋ। ਕੋਈ ਵਿਰਲਾ ਉਹ ਪਹਿਲੀ ਗੱਲ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਸਿੰਘਾਂ ਦੇ ਘਰ ਹੈਗੇ ਆ, ਪਰ ਜੇ ਕੋਈ ਲੋੜਵੰਦ ਹੋਵੇ ਤੇ ਦੇ ਦਿਓ, ਫਿਰ ਕੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਕਹਿੰਦੇ ਨਹੀਂ ਬਾਬਾ ਜੀ ਸਾਨੂੰ ਬਈਏ ਤੇ ਯਕੀਨ ਆ ਤੇ ਵਜ਼ੀਰ ਤੇ ਨਹੀਂ। ਆ ਇੱਕ ਗਾਣਾ ਆਇਆ ਕਿਸੇ ਸਿੰਗਰ ਦਾ, ਆਪਣੇ ਕਵੀਸ਼ਰ ਸਿੰਘ ਦਾ, ਉਹਨੇ ਕਿਹਾ, ਕਹਿੰਦਾ ਸਭ ਤੋਂ ਉੱਚਾ ਤੇ ਸੁੱਚਾ ਘਰ ਸੀ ਗੁਰੂ ਦਾ। ਅੱਜ ਗੁਰੂ ਘਰ 'ਚ ਕੈਮਰੇ ਲੱਗੇ ਪਏ ਕਿੰਨੇ ਕਿੰਨੇ। ਕਿਉਂ ਲੱਗੇ ਆ? ਕਿਉਂਕਿ ਸਾਨੂੰ ਰੱਬ ਦਾ ਡਰ ਹੀ ਨਹੀਂ ਰਹਿ ਗਿਆ। ਨਹੀਂ ਤੇ ਗੁਰੂ ਘਰ 'ਚ ਵੀ ਕੈਮਰਾ, ਅਸਲੀ ਕੈਮਰਾ ਤੇ ਉਹਦਾ ਸਦੀਆਂ ਤੋਂ, ਪਰ ਇਹਨਾਂ ਦੁਨਿਆਵੀ ਲੋਕਾਂ ਨੂੰ ਗੁਰੂ ਦਾ ਡਰ ਨਹੀਂ, ਤਾਂ ਕਰਕੇ ਤੇ ਗੁਰੂ ਦੇ ਘਰ ਚੋਰੀ ਹੋ।
ਸਮਾਂ ਕਿੰਨਾ ਮਾੜਾ ਚੱਲਦਾ ਨਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਸੱਚ ਦੇ ਘੋੜੇ ਰੋਜ਼ ਵਿਕਦੇ ਆ, ਜਿਨ੍ਹਾਂ ਨੂੰ ਪਿਆਰ ਉਹ ਲੈ ਜਾਂਦੇ ਆ ਕੇ। ਕਈ ਵਾਰ ਨਹੀਂ ਵੀ ਵਪਾਰ ਚੱਲਦਾ ਤੇ ਸਾਹਿਬ ਕਹਿੰਦੇ ਜਿਹੜੀ ਕਥਾ ਕੀਰਤਨ ਇਹ ਸਾਡਾ ਵਪਾਰ ਹੈ, ਤੇ ਖਰਚ ਬੰਨ ਚੰਗਿਆਈਆਂ ਮੱਤ ਮਨ ਜਾਣੇ ਕੱਲ, ਤੇ ਕਹਿੰਦੇ ਪੱਲੇ ਸਾਡੇ ਬੱਧੀਆਂ ਪੱਲੇ 'ਚ ਚੰਗਿਆਈਆਂ। ਮੱਤ ਮਨ ਜਾਣੇ ਕੱਲ ਦਾ ਅਰਥ ਹੈ ਵੀ ਪਤਾ ਨਹੀਂ ਕੱਲ ਨੂੰ ਹੀ ਤਿਆਰੀ ਹੋ ਜਾਣੀ, ਮੌਤ ਨੇ ਥੋੜਾ ਵੇਖਣਾ ਵੀ 50 ਦਾ 40 30 ਦਾ। ਹੁਣ ਤੇ ਇਦਾਂ ਹੀ ਕਹੀਦਾ ਬਸ ਜੀ ਅਟੈਕ ਹੋ ਗਿਆ, ਚੰਗੇ ਭਲੇ ਸੁੱਤੇ ਰੋਟੀ ਖਾਧੀ। ਤੇ ਇਹ ਪੰਕਤੀ 550 ਸਾਲ ਪਹਿਲਾਂ ਉਚਾਰੀ ਮਾਰੇ ਨੇ। ਕਹਿੰਦੇ ਖਰਚ ਬੰਨ ਚੰਗਿਆਈਆਂ, ਕਹਿੰਦੇ ਪੱਲੇ ਬੰਨ ਲਾ। ਆ ਜਿਹੜੇ ਬਚਨ ਰੋਏ ਤੁਸੀਂ ਇਹਨਾਂ ਨੂੰ ਬੰਨ ਲਿਆ ਕਰੋ। ਫਰੀਦਾ ਜੇ ਜਾਣਾ ਲੜ ਛਿਜਣਾ ਭੀੜੀ ਪਾਈ, ਇਹਨਾਂ ਨੂੰ ਪੱਲੇ ਨਾ ਬੰਨੋ, ਪਤਾ ਨਹੀਂ ਕੱਲ ਨੂੰ ਵੀਜ਼ਾ ਲੱਗ ਜੇ। ਫਲੈਟ ਪਿੰਡ ਦੇ ਬਾਹਰ ਆ, ਉਹ ਹਾਈਵੇ ਉੱਥੋਂ ਉੱਡਦੀ ਆ, ਤੇ ਇੱਥੇ ਫਿਰ ਨਾ ਵੀ ਉੱਥੇ ਤੋਂ ਦਿੱਲੀ 5-7 ਜਣੇ ਜਾਂਦੇ, ਇੱਥੇ ਸਾਰਾ ਪਿੰਡ ਜਾਂਦਾ ਚੜਾਉਣਾ। ਉਹਨਾਂ ਨੂੰ ਪਤਾ ਕਿਤੇ ਮੁੜਨਾ ਹੋਵੇ। ਤੇ ਮਹਾਰਾਜ ਕਹਿੰਦੇ ਮੱਤ ਮਨ ਜਾਣੇ ਕੱਲ, ਕਹਿੰਦੇ ਪਤਾ ਹੀ ਕੋਈ ਨਹੀਂ ਤੇਰਾ ਵੀ ਤੂੰ ਕੱਲ ਨੂੰ ਚਲਾ ਜਾਵੇਂ। ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹਲ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਜਿਨ੍ਹਾਂ ਦੇ ਕੋਲੇ ਕਥਾ ਕੀਰਤਨ ਦਾ ਪਿਆਰ ਹੋਊਗਾ, ਸੱਚ ਰੂਪੀ ਘੋੜੇ ਹੋਣਗੇ ਵਪਾਰ ਦੇ, ਤੇ ਪੱਲੇ ਹੋਣਗੀਆਂ ਚੰਗਿਆਈਆਂ। ਤੇ ਜਦੋਂ ਫਿਰ ਉਹ ਜਾਣਗੇ ਨਾ ਇੱਥੋਂ ਵਿਦੇਸ਼ ਨੂੰ, ਨਿਰੰਕਾਰ ਕੈ ਦੇਸ, ਇੱਥੇ ਜ਼ਿਕਰ ਆ ਰਿਹਾ, ਮੈਂ ਤਾਂ ਉਦਾਹਰਨ ਦੇ ਰਿਹਾ ਵੀ ਇੱਕ ਦੇਸ਼ ਇਹ ਹੈ ਤੇ ਇੱਕ ਉਹ ਆ ਬਾਕੀ ਤੇ ਨਿੱਕੇ ਨਿੱਕੇ ਆ ਜਿਹੜੇ ਇੰਗਲੈਂਡ ਕੈਨੇਡਾ ਅਮਰੀਕਾ, ਅਸਲ ਦੇਸ਼ ਉਹ ਆ। ਮਹਾਂਪੁਰਖਾਂ ਪੜ੍ਹਿਆ ਵੀ ਸੀ ਨਾ, ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ। ਆਪਾਂ ਸਾਰੇ ਪਰਦੇਸੀ ਆ। ਤੇ ਜਿਹਨੇ ਆਪਾਂ ਨੂੰ ਭੇਜਿਆ ਵਾ ਨਾ ਵੀਜ਼ਾ ਦੇ ਕੇ 70 ਸਾਲ ਦਾ 80 ਸਾਲ ਦਾ, ਉਹਨੇ ਵਾਪਸ ਜਦੋਂ ਵੀਜ਼ਾ ਮੁੱਕ ਜੇ ਤੇ ਫਿਰ ਕੀ ਕਰਦੇ ਨੇ ਆ, ਜਾਂ ਤੇ ਵਧਾਈ ਦਾ ਤੇ ਜਾਂ ਵਾਪਸ। ਇੱਧਰ ਸੇਮ ਹੀ ਕਥਾ ਚੱਲ ਰਹੀ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੇ ਵੀ ਤੈਨੂੰ ਦਿੱਤਾ 70 ਸਾਲ ਦਾ 50 ਦਾ, 50 ਦੇ ਵਿੱਚ ਵਿੱਚ ਕਮਾਈ ਕਰ ਲਾ। ਜਿੱਦਣ ਤਰੀਕ ਪੂਰੀ ਹੋ ਗਈ ਨਾ ਉਧਰ ਮੈਸੇਜ ਆ ਜਾਣਾ, ਹੁਣ ਇੱਕ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾ, ਉਹਨੀ ਤਕੜੇ ਪਾਏ ਛੱਡਣਾ ਨਹੀਂ ਉਹਨੇ ਤੈਨੂੰ, ਫਿਰ ਸਾਰੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਲੈ ਜਾਵੇਗਾ। ਕਹੇ ਨਿਰਵਿਰਤ ਕੇ ਬਚਨ ਜੇ ਨਹਿ ਸਮਝਤ ਮਨ ਮਾਏ। ਇਹਦੇ ਰਾਏ ਬੁਲਾਰ ਤੇ ਵਿਸਮਾਦ ਹੋ ਗਏ। ਕਹਿੰਦੇ ਚਾਚਾ ਲਾਲੂ ਮੈਂ ਤੁਹਾਨੂੰ ਪਹਿਲਾਂ ਕਿਹਾ ਗੁਰੂ ਨਾਨਕ ਨਾਲ ਮੱਥਾ ਨਹੀਂ ਲੱਗਣਾ, ਤੁਸੀਂ ਇਹਨੂੰ ਕਾਬੂ ਕਰਨਾ ਚਾਹੁੰਦੇ ਜੇ, ਇਹਨੇ ਨਹੀਂ ਕਾਬੂ ਹੋਣਾ। ਇਹਦੇ ਬਚਨ ਸੁਣ ਕੇ ਤੇ ਵੱਡੀਆਂ ਵੱਡੀਆਂ ਕਰਮਾਂ ਵਾਲੀਆਂ ਹਸਤੀਆਂ ਵੀ ਬਾਬੇ ਨਾਨਕ ਦੀ ਆਜ਼ਾਦੀ ਲੈ ਲੈਣਗੀਆਂ। ਇਹ ਮਹਾਰਾਜ ਗਿਆਨ ਵਰਤਾਰੇ ਗੱਫੇ, ਰਾਏ ਬੁਲਾਰ ਦੇ ਭਾਗ ਚੰਗੇ, ਉਹਦੇ ਰਾਹੀਂ ਉਹ ਪੁੱਛੀ ਜਾਂਦਾ ਤੇ ਕਥਾ ਬਣੀ ਜਾਂਦੀ। ਨਹੀਂ ਤੇ ਆਪਾਂ ਕਿੱਦਾਂ ਸੁਣਨੀ ਸੀ ਅੱਜ। ਇਹ ਉਹਨੇ ਪੁੱਛੇ ਆ ਸਾਰੀਆਂ ਗੱਲਾਂ ਵੀ ਬਾਬਾ ਪੈਲੀ ਲੈ ਦਈਏ, ਹੱਟੀ ਪਾ ਦਈਏ, ਦੁਕਾਨ ਚਲਾ ਦਈਏ, ਤੇ ਪਰਿਵਾਰ 'ਚ ਰਹਿ, ਤੇ ਮੁੜ ਕੇ ਆਖਿਆ ਵਪਾਰ ਕਰਾ ਦਿੰਦੇ ਕੋਈ। ਇਹ ਸਾਰੀਆਂ ਬਖਸ਼ਿਸ਼ਾਂ ਉਹਨਾਂ ਦਾ ਭਾਗਾਂ ਵਾਲੀਆਂ ਰੂਹਾਂ ਨੇ ਖੋਲੀਆਂ। ਤੇ ਬਾਬੇ ਨਾਨਕ ਨੇ ਸੱਚ ਸੱਚ ਹੀ ਦੱਸੀ ਜਾਂਦੇ ਆ ਵੀ ਇੱਥੇ ਕਾਰੋਬਾਰ ਸਭ ਝੂਠ ਆ। ਕਾਰੋਬਾਰ ਕਰਨਾ ਤੇ ਉਹ ਕਰੋ ਜਿਹੜਾ ਨਾਲ ਜਾਵੇ ਕੁਛ। ਇੱਥੇ ਤੇ ਅਗਲੇ ਬਟੂਆ ਵੀ ਕੱਢ ਲੈਣਾ, ਚੈਨੀ ਵੀ ਗਲ ਚੋਂ ਲਾ ਲੈਣੀ, ਛਾਪਾਂ ਵੀ ਲਾ ਲੈਣੀਆਂ, ਘੜੀ ਵੀ, ਇੱਥੋਂ ਤੱਕ ਕਿ ਜਿਹੜਾ ਪਾਇਆ ਹੋਇਆ ਕੁੜਤਾ ਪਜਾਮਾ ਉਹ ਵੀ ਪਾੜ ਕੇ ਤੇਰੇ ਨਾਲ ਕੁਛ ਨਹੀਂ ਜਾਣਾ। ਤੇ ਮਹਾਰਾਜ ਕਿਰਪਾ ਕਰਦੇ ਹਨ। ਬਾਹਰ ਬਾਹਰ ਪਰ ਬਿਰਤਕ ਕਮਲ ਬਦਨ ਸੋ ਪ੍ਰਾਹੇ। ਇਸ ਤਰ੍ਹਾਂ ਕਰਕੇ ਕਹਿੰਦੇ ਵਾਰ-ਵਾਰ ਗ੍ਰਸਤੀ ਮਾਰਗ ਨੂੰ ਧਾਰਨ ਕਰਾਉਣਾ ਚਾਹੁੰਦੇ ਹੈ। ਪਰ ਗੁਰੂ ਨਾਨਕ ਸਾਹਿਬ ਜੀ ਆਪ ਰੱਬ ਸੀ, ਮਹਾਰਾਜ ਸੱਚਾ ਸੁਨੇਹਾ ਦੇਣ ਆਏ ਸੀ। ਉਹ ਜਿੱਦਾਂ ਆਪਾਂ ਏਅਰਪੋਰਟ ਤੇ ਜਾਂਦੇ ਨੇ, ਉਹ ਕਹਿੰਦੇ ਕਿਰਪਾ ਧਿਆਨ ਦੀजिए, ਆਪਣੇ ਆਪਣੇ ਸਮਾਨ ਕੋ ਸੰਭਾਲ ਲੀजिए। ਇਹ ਵੀ ਸਮਝ ਲਓ ਮਹਾਰਾਜ ਆਵਾਜ਼ ਹੀ ਦਿੰਦਾ ਆਪਾਂ ਨੂੰ, ਪਰ ਕਰਨਾ ਕੀ ਹੈ, ਜਦੋਂ ਆਵਾਜ਼ ਦਿੰਦੇ ਉਦੋਂ ਸੁੱਤੇ ਹੋਈਦਾ। ਨਾ ਕਥਾ 'ਚ ਬਹਿ ਕੇ ਰਾਜੀ, ਨਾ ਕੀਰਤਨ 'ਚ, ਨਾ ਨਿਤਨੇਮ 'ਚ। ਗੁਰਦੁਆਰਾ ਕਹਿੰਦੇ ਇੱਕ ਹੋਰ ਬਣਾ ਲਓ, ਮੈਂ ਪੈਸੇ ਦੇ ਦੂੰ। 5 ਗੁਰਦੁਆਰੇ ਅੱਗੇ 6ਵਾਂ ਬਣਾਉਣਾ ਅਜੇ ਪਿੰਡ ਵਾਲਿਆਂ, ਤੇ ਇੱਕ ਕਹਿੰਦਾ 4 ਲੱਖ ਮੇਰਾ ਲਿਖ ਲਓ। ਤੇ ਅੱਗੇ ਕੋਈ ਰੰਗੀ ਰੂਹ ਸੀ, ਉਹ ਕਹਿੰਦੇ ਪੈਸੇ ਉਹਨਾਂ ਦੇ ਪਾਉਣੇ ਅਸੀਂ ਜਿਨ੍ਹਾਂ ਨੇ ਵਿੱਚ ਬਹਿਣਾ, ਦੂਜੇ ਦੇ ਨਹੀਂ ਗਰਾਈ।
ਕਹਿੰਦਾ 4 ਦਾ 5 ਲੱਖ ਦੇ ਦੂੰਗਾ ਪਰ ਆਹ ਸ਼ਰਤ ਮਨਜ਼ੂਰ ਨਹੀਂ ਆ, ਗੁਰਦੁਆਰਾ ਬਣਾ ਲਊਂ ਪਰ ਮੈਂ ਉੱਥੇ ਵੜਨਾ ਨਹੀਂ, ਤੇ ਨਾ ਮੈਂ ਕਥਾ ਕੀਰਤਨ ਵਾਲੇ ਨੂੰ ਸੁਣਨਾ ਤੇ ਨਾ ਪਾਠ ਹੀ ਸੁਣਨਾ। ਇਹਨੇ ਨੁਕਸਾਨ ਕੀਤਾ ਸਾਡਾ। ਤੇ ਜੇ 5 ਦੀ ਥਾਂ ਤੇ 1 ਹੀ ਹੁੰਦਾ ਤੇ ਸਵਾਇਆ ਗੱਫਾ ਹੀ। ਆ ਮੇਰੇ ਖਿਆਲ ਜਿੰਨੀ ਸੰਗਤ ਆ ਘੱਟੋ ਘੱਟ 35 ਜਾਂ 40 ਪਿੰਡਾਂ ਦੀ ਸੰਗਤ ਆ। 2 ਕਿਤਿਓਂ ਆਈਆਂ ਰੂਹਾਂ, 3 ਕਿਤਿਓਂ ਆਈਆਂ। ਤੇ ਮਹਾਰਾਜ ਨੇ ਤੇ ਆਖਿਆ ਸੀ ਉਹ ਵਾਧੂ ਇਕੱਠੇ ਹੋ ਕੇ ਬਹਿ ਜਾ ਕਰੋ, ਇੰਨੇ ਬੜਾ। ਤੋ ਇਸ ਕਰਕੇ ਗੁਰੂ ਸਾਹਿਬ ਦਾ ਸਿਧਾਂਤ ਬੜਾ ਪਿਆਰਾ। 4 ਵਿਸ਼ਿਆਂ ਦੇ ਉੱਤੇ ਇਹ ਕਥਾ ਚੱਲੀ 4 ਦਿਨਾਂ ਤੋਂ। ਪਹਿਲਾਂ ਪਰਿਵਾਰ ਦੀ ਗੱਲ ਚੱਲੀ, ਫਿਰ ਖੇਤੀ ਦੀ ਚੱਲੀ, ਤੇ ਫਿਰ ਹੱਟੀ ਦੀ ਚੱਲੀ, ਤੇ ਅੱਜ ਵਪਾਰ ਦੀ ਚੱਲੀ। ਤੇ ਇਹ ਕਥਾ ਨੂੰ ਭੁਲਾਉਣਾ ਨਾ, ਧਾਰਨ ਕਰ ਲੈਣਾ। ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ। ਮਾਰਗ ਜਿਨਹਿ ਬਤਾਇਆ, ਭੁਲੇ ਮਾਰਗ ਜਿਨਹਿ ਬਤਾਇਆ, ਭੁਲੇ ਮਾਰਗ ਜਿਨੇ ਬਤਾਇਆ, ਭੁਲੇ ਮਾਰਗ ਜਿਨੇ ਬਤਾਇਆ। ਸਾਰੀ ਸੰਗਤ ਦਾ ਧੰਨਵਾਦ। ਗੁਰੂ ਦੀਆਂ ਸੰਗਤਾਂ ਨੇ ਸੇਵਾਵਾਂ ਕੀਤੀਆਂ, ਬੂਟੇ ਲੱਗ ਰਹੇ ਨੇ। ਮਾਰੇ ਤੁਹਾਡੇ ਵੀ ਬੂਟੇ ਲਾਉਣ, ਜਿਵੇਂ ਜਿਵੇਂ ਫੁੱਲ ਫਲ ਲੱਗਣਗੇ ਉੱਦਾਂ ਹੀ ਮਾਰੇ ਸਾਡੀ ਗਰੀਬਾਂ ਦੀ ਝੋਲੀ ਭਰ ਕੇ। ਬਹੁਤ ਬਹੁਤ ਧੰਨਵਾਦ ਸੰਗਤ ਜੀ। ਭੁੱਲਾਂ ਚੁੱਕਾਂ ਮਾਫ ਕਰੇ। ਵਾਹਿਗੁਰੂ ਜੀ ਕਾ ਗੁਰੂ